ਅੱਜ ਵੇਖੋ ਕਾਵਾਂ ਰੋਲੀ ਕਿੰਨੀ ਪਈ ਆ ਵੀ ਬੰਦਾ ਵੜਦਾ। ਇੰਨੀ ਰੋਲੀ ਤਾਂ ਤੁਹਾਡੀ ਉਦੋਂ ਨਹੀਂ ਪਈ ਜਦੋਂ ਸਤਿਗੁਰ ਦੇ ਸਰੂਪ ਕਦੀ ਕਿਤੇ ਰੋਲੇ ਗਏ, ਕਦੀ ਕਿਤੇ ਰੋਲੇ ਗਏ, ਕਿਤੇ ਪਾੜ ਕੇ ਸੁੱਟੇ ਗਏ, ਕਿਤੇ ਰੋੜ ਕੇ ਕੀਤੇ ਗਏ, ਅੱਗ ਨੂੰ ਅਗਣ ਭੇਟ ਕੀਤੇ ਗਏ ਸਤਿਗੁਰ ਦੇ ਸਰੂਪ। ਉਦੋਂ ਦਾ ਰੋਲਾ ਤੁਸੀਂ ਪਾਇਆ ਨਾ ਇੰਨਾ। ਅੱਜ ਗੱਲਾਂ ਕਰਦੇ ਆ ਵੀ ਉਹਨੂੰ ਕਾਨੂੰਨ ਤੌਰ ਤੇ ਸਜ਼ਾ, 20 ਕਾਨੂੰਨ ਦੇ ਤੌਰ ਤੇ ਸਜ਼ਾ ਮਿਲੀਆਂ। ਉਹ ਬੰਦੇ ਅੱਜ ਬਾਹਰ ਤੁਰੇ ਫਿਰਦੇ ਆ, ਮਹੀਨਾ ਅੰਦਰ ਜਾਂਦੇ ਆ, 1.5 ਮਹੀਨਾ ਅੰਦਰ ਜਾਂਦੇ, ਬਾਹਰ ਆ ਜਾਂਦੇ ਆ। ਉਹ ਇੱਕ ਮੂੰਹ ਪੈ ਗਿਆ ਕਿ ਸਤਿਗੁਰ ਦੇ ਸਰੂਪ ਨੂੰ ਪਾ। ਇੱਕ ਹੁਣ ਵੱਡਾ ਟਿਕਟ ਚੱਲਿਆ ਭਾਈ ਸਾਹਿਬ ਵੀ ਉਹ ਪਾਗਲ ਬਣ ਜਾਓ। ਕੀ ਜੀ ਇਹ ਪਾਗਲ ਹੀ। ਵੇਖੋ ਕਿੰਨੇ ਸਰਕਾਰ ਨੇ ਜਿਹੜਾ ਕਿੰਨੇ ਬੰਦਿਆਂ ਨੂੰ ਪਾਗਲ ਦਾ ਕ੍ਰੈਡਿਟ ਦੇ ਦਿੱਤਾ। ਉਹ ਜਾਂਦੇ ਆ, ਉਹ ਜਾਂਦੇ ਮਹਾਰਾਜ ਦੇ ਸਰੂਪ ਦਾ ਨਿਰਾਦਰ ਕਰ ਦਿੰਦੇ ਆ ਤੇ ਉਹ ਬਾਅਦ 'ਚ ਸਰਕਾਰ ਕਹਿ ਦਿੰਦੀ ਅਸੀਂ ਪਤਾ ਕੀਤਾ, ਇਨਕੁਆਇਰੀ ਕੀਤੀ ਜੀ ਇਹ ਪਿੱਛੋਂ ਪਾਗਲ ਆ। ਸਾਨੂੰ ਕੀ ਫਰਕ ਪੈਂਦਾ ਕੋਈ ਅੱਤਵਾਦੀ ਕਹੇ। ਉੱਥੇ ਸਗੋਂ ਸੰਤ ਭਿੰਡਰਾਂ ਵਾਲੇ ਜਰਨੈਲ ਸਿੰਘ ਦੀ ਜੋ ਤੜਫਦੇ ਸੀ ਉੱਥੇ ਲਾਉਂਦੇ ਫੋਟੋਆਂ। ਜਦੋਂ ਤੜਫਦੇ ਸੀ ਨਾ ਇਹ ਵੀ ਕਿਸਾਨ ਨਹੀਂ ਅੱਤਵਾਦੀ, ਉਹਦੇ ਲਾਉਂਦੇ ਫੋਟੋਆਂ ਸੰਤਾਂ ਦੀਆਂ ਲਾਉਂਦੇ। ਲਾਈਆਂ ਜੋ ਜਾਂ ਸਾਡਾ ਮਸਲਾ ਹੱਲ ਕਰੋ ਜਾਂ ਆਓ ਇੱਧਰ ਇਹ ਬਣੇ ਆ ਜਾਓ। ਚਲੋ ਗੱਲ ਜੇ ਤਾਂ ਅਸੀਂ ਖੁਸ਼ ਕਰਨਾ ਸਰਕਾਰ ਨੂੰ, ਸਰਕਾਰ ਨਾਲ ਆ ਗੱਲ ਕਹਦੇ। ਹੁਣ ਸਰਕਾਰ ਨੇ ਮਾਰਤਾ, ਉਹ ਇਨਸਾਫ ਕਿੰਨਾ ਕਿਸਾਨ ਸਾਡਾ ਸ਼ਹੀਦ ਹੋ ਗਿਆ। ਉੱਥੇ ਉਹ ਯੋਧੇ ਜਿਹੜੇ ਸ਼ਹੀਦ ਹੋ ਗਏ, ਆਮ ਘਰਾਂ ਦੇ ਬੱਚੇ ਜਿਹੜੇ ਸ਼ਹੀਦ ਹੋ ਗਏ, ਯਾਰ ਉਹਨਾਂ ਦਾ ਮੁੱਲ ਪਾਈਏ ਆਪਾਂ ਤੇ ਆਪਾਂ ਵੇਖੀਏ। ਆਪਾਂ ਸਰਕਾਰੀ ਇਹਨਾਂ ਦੇ ਦਫ਼ਤਰ 'ਚ ਉਹਨਾਂ ਨੂੰ ਫਰਕ ਕੀ ਪੈਂਦਾ ਭਾਜੀ। ਟੂਲ ਟੈਕਸ ਤੁਸੀਂ ਬੰਦ ਕੀਤੇ, ਤੇਲ 106 ਰੁਪਏ ਕਰਤਾ ਨਾ, 80 ਰੁਪਏ ਤੇਲ ਤੇ 106 ਰੁਪਏ ਤੇਲ ਹੋ ਗਿਆ ਤੇ ਕਸਰ ਤੋਂ ਦੂਜੇ ਬੰਨੇ ਤੁਹਾਡੀ ਕੱਢ ਕੇ ਤੁਸੀਂ ਸਰਕਾਰਾਂ ਦਾ ਕੀ ਪੈਰ ਮਿੱਧੇ ਆ ਬਈ। ਸਾਨੂੰ ਇਹਨਾਂ ਦੇ ਸਾਰੇ ਹੀ ਪੈਟਰੋਲ ਪੰਪ ਬੰਦ ਕਰ ਦੇਣੇ ਚਾਹੀਦੇ ਕਿਸਾਨਾਂ ਨੂੰ। ਇੱਕ ਨਹੀਂ, ਸਾਰੇ ਹੀ ਪੈਟਰੋਲ ਪੰਪ ਬੰਦ ਕਰਦੇ, ਸਾਰੇ ਸਰਕਾਰੀ ਦਫ਼ਤਰ ਬੰਦ ਕਰਨ। ਜੇ ਦਿੱਲੀ ਬੈਠੇ, ਦਿੱਲੀ ਤਾਂ ਉੱਦਾਂ ਹੀ ਮੈਂ ਜਾ ਕੇ ਵੇਖਿਆ ਵਾ, ਉੱਦਾਂ ਹੀ ਗੱਡੀਆਂ ਲੰਘਣ ਡੀਆਂ, ਮਾਲ ਦੀਆਂ ਲੰਘਣ ਡੀਆਂ, ਸਾਰਾ ਅੰਦਰ ਜਾਣ ਵੀ ਡਈਆਂ, ਅੰਦਰੋਂ ਬਾਹਰ ਆਉਣ ਵੀ ਡਈਆਂ, ਸਾਰੀ ਲੈਵਾ ਦੇਵੀ ਆਉਣ ਡਈ ਆ। ਕੀ ਫਾਇਦਾ ਸਾਡਾ ਇੱਥੇ ਮੋਰਚੇ 'ਚ ਬੈਠਿਆ। ਜਾਂ ਤਾਂ ਦਿੱਲੀ ਦਾ ਅਸੀਂ ਸਾਹ ਬੰਦ ਕਰ ਦਈਏ, ਪਾਣੀ ਤੱਕ ਨਾ ਲੰਘਣ ਦਈਏ ਉੱਥੇ, ਫੇਰ ਤਾਂ ਉਹ ਪੀੜ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ तमाम ਸੰਗਤਾਂ ਦਾ ਮੈਂ ਪਰਮਜੀਤ ਸਿੰਘ ਰਾਣਵਾ ਸਵਾਗਤ ਕਰਦਾ। ਅੱਜ ਅਸੀਂ ਪਹੁੰਚੇ ਹਾਂ ਭਾਈ ਦਿਲਬਾਗ ਸਿੰਘ ਜੀ ਜੱਥਾ ਸਿਰਲਤ ਖਾਲਸਾ, ਇਹਨਾਂ ਦੇ ਕੋਲ। ਆਓ ਇਹਨਾਂ ਦੇ ਨਾਲ ਵਿਚਾਰ ਸਾਂਝੀ ਕਰਦੇ ਹਾਂ ਵੀ ਜੋ ਦਿੱਲੀ ਜੋ ਹੋ ਰਿਹਾ ਬਾਰਡਰ ਦੇ ਉੱਪਰ, ਨਿਹੰਗ ਜਥੇਬੰਦੀਆਂ ਦੇ ਆਪਸ ਦੇ ਵਿੱਚ ਕੁਝ ਤਕਰਾਰ ਵੀ ਹੈ। ਪਰ ਬਾਬਾ ਰਾਜ ਸਿੰਘ ਰਾਜ ਉਹਨਾਂ ਦੇ ਵੀ ਬਿਆਨ ਨੇ ਨਿਹੰਗ ਅਮਨ ਸਿੰਘ ਪ੍ਰਤੀ ਆਪਸ ਵਿੱਚ ਕਾਫੀ ਕਸ਼ਮਕਸ਼ ਚੱਲ ਰਹੀ ਹੈ। ਔਰ ਇੱਥੋਂ ਤੱਕ ਕਹਿ ਦਿੱਤਾ ਨਿਹੰਗ ਸਿੰਘ ਜਥੇਬੰਦੀਆਂ ਨੇ ਕਿ ਅਸੀਂ ਬਾਰਡਰ ਤੋਂ ਚਲੇ ਜਾਂਦੇ ਹਾਂ। ਸੋ ਇਹ ਸਾਰਾ ਕੁਝ ਕਿਵੇਂ ਦੇਖਦੇ ਨੇ ਭਾਈ ਸਾਹਿਬ, ਭਾਈ ਦਿਲਬਾਗ ਸਿੰਘ ਜੀ ਹੋਰੀ, ਇਹਨਾਂ ਤੋਂ ਜਾਣਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਜੋ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਆਪਸ ਵਿੱਚ ਖਿਚੋਤਾਣ ਕਸ਼ਮਕਸ਼ ਹੋ ਰਹੀ ਹੈ ਔਰ ਜੋ ਉੱਥੇ ਬੇਅਦਬੀ ਹੋਈ ਸਿੰਘੂ ਬਾਰਡਰ ਦੇ ਉੱਪਰ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਔਰ ਨਿਹੰਗ ਸਿੰਘ ਜੋ ਅਮਨ ਸਿੰਘ ਨੇ, ਜੋ ਨਿਹੰਗ ਅਮਨ ਸਿੰਘ, ਉਹ ਜ਼ਿੰਮੇਵਾਰੀ ਚੁੱਕਦੇ ਨੇ। ਇਹ ਸਾਰਾ ਕੁਝ ਤੁਸੀਂ ਇਹਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ, ਪਹਿਲੀ ਤਾਂ ਗੱਲ ਕਈ ਬੰਦੇ ਕਹੀ ਜਾਂਦੇ ਆ ਕਿ ਸਰਬਲੋ ਪੋਥੀ ਸੀ। ਕੋਈ ਬੰਦੇ ਕਹਿ ਦਿੰਦੇ ਆ ਵੀ ਇਹਨੂੰ ਮਾਨਤਾ ਨਹੀਂ। ਕਈ ਬੰਦੇ ਦੀ ਮੈਂ ਵੀਡੀਓ ਸੁਣਦੇ ਆ, ਬੜਾ ਬਕਵਾਸ ਜਿਹੜਾ ਕਰਨ ਦੇ ਬਾਣੀ ਪ੍ਰਤੀ। ਹੁਣ ਵੇਖੋ, ਜਿਹੜੀ ਦਸਮ ਦੀ ਬਾਣੀ ਆ, ਜੇ ਆਪਾਂ ਦਸਮ ਦੀ ਬਾਣੀ ਦੀ ਗੱਲ ਕਰੀਏ, ਉਹਦੇ ਵਿੱਚ ਅਰਦਾਸ ਨੂੰ ਆਪਾਂ ਮਾਨਤਾ ਦਿੰਦੇ ਆ, ਕਰਦੇ ਆ ਨਾ ਦੋਵੇਂ ਟਾਈਮ ਸਾਰੇ ਗੁਰੂ ਘਰਾਂ ਦੇ ਵਿੱਚ। ਹਰ ਸਿੱਖ ਅਰਦਾਸ ਕਰਕੇ ਤੁਰਦਾ। ਬਿਲਕੁਲ। ਦੂਜੀ ਮਾਨਤਾ ਸਾਡੀ ਅੰਮ੍ਰਿਤ ਦੀ ਹੈ। ਇਹ 5 ਬਾਣੀਆਂ, ਜੇ ਦਸਮ ਦੀ ਬਾਣੀ ਨਾ ਹੋਵੇ ਤੇ ਇਹ 5 ਬਾਣੀਆਂ ਤੋਂ ਬਗੈਰ ਅੰਮ੍ਰਿਤ ਕਿੱਦਾਂ ਪੂਰਾ ਕਰ ਲੋਗੇ ਤੁਸੀਂ? ਬਿਲਕੁਲ ਸਹੀ। ਇਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਜਿਹੜੇ ਪੁਰਾਤਨ, ਜਿਹੜੇ ਪੁਰਾਣੇ, ਜਿਹੜੇ ਮਹਾਰਾਜ ਦੇ ਸਰੂਪ ਹੈ ਸਾਂਭ ਕੇ ਰੱਖੇ ਆ, ਦਸਮ ਦੇ ਰੱਖੇ ਆ, ਦਸਮ ਦੀ ਬਾਣੀ ਦੇ ਰੱਖੇ ਆ। ਇਹ ਸਾਡਾ ਸਿੱਖਾਂ ਦਾ ਇਹ ਨਹੀਂ ਬਣਦਾ ਕਿ ਅਸੀਂ ਆਪਣੇ ਆਪ ਤੇ ਹੀ ਆਪਣੀ ਬਾਣੀ ਤੇ ਹੀ ਕਰਿੰਤੂ ਕਰੀਏ। ਸਾਡਾ ਨਹੀਂ ਬਣਦਾ, ਬਿਲਕੁਲ ਨਹੀਂ ਬਣਦਾ। ਜੇ ਤੁਸੀਂ ਅੱਜ ਵੇਖੋ ਕਾਵਾਂ ਰੋਲੀ ਕਿੰਨੀ ਪਈ ਆ ਵੀ ਬੰਦਾ ਵੜਦਾ। ਇੰਨੀ ਰੋਲੀ ਤਾਂ ਤੁਹਾਡੀ ਉਦੋਂ ਨਹੀਂ ਪਈ ਜਦੋਂ ਸਤਿਗੁਰ ਦੇ ਸਰੂਪ ਕਦੀ ਕਿਤੇ ਰੋਲੇ ਗਏ, ਕਦੀ ਕਿਤੇ ਰੋਲੇ ਗਏ, ਕਿਤੇ ਪਾੜ ਕੇ ਸੁੱਟੇ ਗਏ, ਕਿਤੇ ਰੋੜ ਕੇ ਕੀਤੇ ਗਏ, ਅੱਗ ਨੂੰ ਅਗਣ ਭੇਟ ਕੀਤੇ ਗਏ ਸਤਿਗੁਰ ਦੇ ਸਰੂਪ। ਉਦੋਂ ਦਾ ਰੋਲਾ ਤੁਸੀਂ ਪਾਇਆ ਨਾ ਇੰਨਾ।
ਅੱਜ ਗੱਲਾਂ ਕਰਦੇ ਆ ਵੀ ਉਹਨੂੰ ਕਾਨੂੰਨ ਤੌਰ ਤੇ ਸਜ਼ਾ 20 ਕਾਨੂੰਨ ਦੇ ਤੌਰ ਤੇ ਸਜ਼ਾ ਮਿਲੀਆਂ, ਉਹ ਬੰਦੇ ਅੱਜ ਬਾਹਰ ਤੁਰੇ ਫਿਰਦੇ ਆ, ਮਹੀਨਾ ਅੰਦਰ ਜਾਂਦੇ ਆ, 1.5 ਮਹੀਨਾ ਅੰਦਰ ਜਾਂਦੇ, ਬਾਹਰ ਆ ਜਾਂਦੇ ਆ। ਉਹ ਇੱਕ ਮੂੰਹ ਪੈ ਗਿਆ ਕਿ ਸਤਿਗੁਰ ਦੇ ਸਰੂਪ ਨੂੰ ਪਾ, ਇੱਕ ਹੁਣ ਵੱਡਾ ਟਿਕਟ ਚੱਲਿਆ ਭਾਈ ਸਾਹਿਬ ਵੀ ਉਹ ਪਾਗਲ ਬਣ ਜਾਓ। ਕੀ ਜੀ ਇਹ ਪਾਗਲ ਹੀ। ਵੇਖੋ ਕਿੰਨੇ ਸਰਕਾਰ ਨੇ ਜਿਹੜਾ ਕਿੰਨੇ ਬੰਦਿਆਂ ਨੂੰ ਪਾਗਲ ਦਾ ਕ੍ਰੈਡਿਟ ਦੇ ਦਿੱਤਾ। ਉਹ ਜਾਂਦੇ ਆ, ਉਹ ਜਾਂਦੇ ਮਹਾਰਾਜ ਦੇ ਸਰੂਪ ਦਾ ਨਿਰਾਦਰ ਕਰ ਦਿੰਦੇ ਆ, ਤੇ ਉਹ ਬਾਅਦ 'ਚ ਸਰਕਾਰ ਕਹਿ ਦਿੰਦੀ ਅਸੀਂ ਪਤਾ ਕੀਤਾ, ਇਨਕੁਆਇਰੀ ਕੀਤੀ ਜੀ ਇਹ ਪਿੱਛੋਂ ਪਾਗਲ ਆ। ਇਹ ਪਾਗਲ ਕੱਲੇ ਕੀ ਇਹ ਸਾਡੇ ਹੀ ਗੁਰੂ ਘਰਾਂ ਵਿੱਚ ਆਣ ਕੇ ਵੜਦੇ ਆ? ਕੀ ਗੱਲ ਕੋਈ ਹੋਰ ਧਰਮ ਨਹੀਂ ਇਹਨਾਂ ਨੂੰ ਦੀਦਾ? ਸਭ ਤੋਂ ਵੱਡਾ ਸਵਾਲ ਕੀ ਇਹਨਾਂ ਨੂੰ ਗੁਰਦੁਆਰੇ ਹੀ ਦੀਦੇ ਆ, ਕੋਈ ਹੋਰ ਧਰਮ ਨਹੀਂ ਦੀਦਾ? ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ, ਸਤਿਕਾਰ ਕਰਦੇ ਹਾਂ ਹਰ ਧਰਮ ਦਾ, ਕਿਉਂਕਿ ਸਾਡੇ ਗੁਰੂਆਂ ਨੇ ਸਿਖਾਇਆ ਵਾ। ਅਸੀਂ ਸਤਿਕਾਰ ਕਰਦੇ, ਪਿਆਰ ਕਰਦੇ ਹਾਂ। ਹੁਣ ਦੂਜੀ ਗੱਲ ਲਓ, ਰੋਲਾ ਪਾਈ ਜਾਂਦੇ। ਹੁਣ ਤੁਸੀਂ ਲਾ ਲਓ ਅਮਨ ਸਿੰਘ ਦੀ ਗੱਲ ਕਰਦੇ ਤੁਸੀਂ। ਹੁਣ ਵੇਖੋ ਮੈਂ ਤੇ ਇਹ ਗੱਲ ਦੀ ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ ਵੀ ਅਮਨ ਸਿੰਘ ਤੇ ਮੌਕੇ ਤੇ ਹੈਗਾ ਨਹੀਂ ਸੀ ਜਿਹਦਾ ਵਿਵਾਦ ਚੁੱਕਿਆ, ਕੌਮ ਨੇ ਚੁੱਕਤਾ ਜੀ, ਇਹਦੀ ਤੋਮਨ ਨਾਲ ਫੋਟੋ ਹੋਈ ਜੀ, ਇਹਦੀ ਫਲਾਣੇ ਨਾਲ ਫੋਟੋ ਹੋਈ ਜੀ, ਇਹਦੀ ਕਿਸੇ ਨਾਲ ਫੋਟੋ ਹੋਈ ਜੀ, ਇਹ ਬਲੈਕ ਕਰਦਾ। ਯਾਰ ਉਹਦੇ ਬਾਰੇ ਸਾਨੂੰ ਨਹੀਂ ਪਤਾ, ਉਹ ਸਹੀ ਗਲਤ ਉਹ ਇੱਕ ਮੈਟਰ ਵੱਖਰਾ, ਉਹਦੇ ਨਾਲ ਕੋਈ ਕੌਮ ਦਾ ਮੈਟਰ ਨਹੀਂ। ਗੱਲ ਇਹਨਾਂ ਯੋਧਿਆਂ ਦੀ ਕਰਕੇ ਜਿਨ੍ਹਾਂ ਚੌਹਾਂ ਨੇ ਜ਼ਿੰਮੇਵਾਰੀ ਲਈ ਹੈ। ਆਪਣੀ ਜ਼ਿੰਦਗੀ ਨਹੀਂ ਵੇਖੀ ਉਹਨਾਂ, ਉਸੇ ਵੇਲੇ ਜ਼ਿੰਮੇਵਾਰੀ ਕਤਲ ਦੀ ਲੈਣੀ ਵੀ ਅਸੀਂ ਕੀਤਾ। ਆਪ ਯੋਧੇ ਜਿਹੜੇ ਆ ਪੇਸ਼ ਹੋਏ, ਆਪ ਮੀਡੀਆ ਸਾਹਮਣੇ ਹੋਏ, ਆਪ ਪ੍ਰਸ਼ਾਸਨ ਕੋ ਗਏ, ਕਿੱਡੀ ਤਗੜੀ ਗੱਲ ਆ। ਬਿਲਕੁਲ ਨਿੱਕੀ ਜਿਹੀ ਗੱਲ ਨਹੀਂ ਹੈ। ਆਪਾਂ ਉਹਨਾਂ ਯੋਧਿਆਂ ਦਾ ਕ੍ਰੈਡਿਟ ਕਿਉਂ ਕਿਸੇ ਨੂੰ ਦਿੰਨੇ? ਸਾਡਾ ਤਾਂ ਮਤਲਬ ਹੀ ਨਹੀਂ ਬਣਦਾ ਭਾਈ ਸਾਹਿਬ। ਹੁਣ ਨਿਹੰਗ ਸਿੰਘ ਜਥੇਬੰਦੀਆਂ ਲੜਦੀਆਂ ਕਿਉਂ ਲੜਦੀਆਂ? ਗੱਲ ਤੇ ਨਾ ਤਾਂ ਹੁਣ ਸਾਰੇ ਨਿਹੰਗ ਸਿੰਘਾਂ ਦਾ ਵੱਜਣ ਡਿਆ, ਇੱਕ ਜਥੇਬੰਦੀ ਦਾ ਨਹੀਂ ਵੱਜਦਾ। ਬਿਲਕੁਲ। ਲਓ ਜੀ ਕਿਤੇ ਗੱਲ ਹੁੰਦੀ ਉਹਨਾਂ ਨੂੰ ਨਹੀਂ ਪਤਾ ਕਿਹੜੀ ਜਥੇਬੰਦੀ, ਆਮ ਬੰਦੇ ਨੂੰ ਪਤਾ ਨਹੀਂ ਜੀ ਜਥੇਬੰਦੀਆਂ ਦਾ। ਉਹ ਤਾਂ ਕਈ ਸਾਨੂੰ ਵੀ ਨਿਹੰਗ ਸਿੰਘ ਜਥੇਬੰਦੀਆਂ ਕਹਿ ਦਿੰਦੇ ਜਦੋਂ ਜਾਈਦਾ ਕਾਫਲਾ ਲੈ ਕੇ। ਆਮ ਬੰਦੇ ਨੂੰ ਨਹੀਂ ਪਤਾ ਵੀ ਇਹ ਨਿਹੰਗ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਇਹਨਾਂ ਦਾ ਵੱਖਰਾ ਮੈਟਰ ਆ, ਟਕਸਾਲ ਦਾ ਵੱਖਰਾ ਵਾ, ਮਿਸਰਨੀ ਦਾ ਵੱਖਰਾ ਵਾ, ਹੋਰ ਜਿਸ ਤਰ੍ਹਾਂ ਸੰਪਰਦਾ ਚੱਲਦੀਆਂ ਉਹਨਾਂ ਦੇ ਆਪੋ ਆਪਣੇ ਵੱਖਰੇ ਜਿਹੜੇ ਸਿਸਟਮ ਆ। ਹੁਣ ਨਿਹੰਗ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਨੂੰ ਮੈਂ ਇੱਕ ਅਪੀਲ ਕਰਦਾ ਕਿ ਵੀਰੋ ਤੁਸੀਂ ਸਤਿਕਾਰਯੋਗ ਜੋ, ਬੜਾ ਤਕੜਾ ਕ੍ਰੈਡਿਟ ਆ ਜਿਹੜਾ ਕੌਮ ਵੱਲੋਂ ਤੁਹਾਨੂੰ ਮਿਲਿਆ। ਹੁਣ ਆਪਸੀ ਜਿਹੜਾ ਆਪਾਂ ਦਮਾਲੇ ਲਾਉਣ ਵਾਲੇ ਜਾਂ ਆਪਸੀ ਵੱਢ ਫੱਟ ਵਾਲੇ ਕੰਮ ਆਪਾਂ ਨਾ ਚਾਲੂ ਕਰੀਏ, ਵਿਵਾਦਤ ਬਿਆਨ ਨਾ ਚਾਲੂ ਕਰੀਏ। ਜੇ ਆਪਾਂ ਗੱਲ ਕਰਦੇ, ਚਲੋ ਇੱਕ ਅਮਨ ਦੀ ਗੱਲ ਕਰਦੇ ਆ ਵੀ ਇਹ ਜੀ ਫਲਾਣੇ ਨਾਲ ਫੋਟੋ ਆ ਗਈ, ਯਾਰ ਫੋਟੋ ਨਾਲ ਅਸੀਂ ਕਿਸੇ ਨੂੰ ਗਦਾਰ ਥੋੜੀ ਸਾਬਤ ਕਰ ਸਕਦੇ ਭਾਈ ਸਾਹਿਬ। ਚਲੋ ਇਹਦੀ ਅਮਨ ਦੀ ਲਾ ਲਓ ਆਪਾਂ, ਇਹਦੇ ਨਾਲ ਕੀ ਇਹ ਪਹਿਲੋਂ ਫੋਟੋ ਕਿਉਂ ਨਹੀਂ ਵਾਇਰਲ ਹੋਈ? ਅੱਜ ਉਹਨੇ ਆ ਕੇ ਜ਼ਿੰਮੇਵਾਰੀ ਲੈ ਲਈ ਤੇ ਅੱਜ ਫੋਟੋ ਵਾਇਰਲ ਹੋ ਗਈ ਜੀ, ਅੱਜ ਇਹ ਫਲਾਣੇ ਨੂੰ ਮਿਲ ਗਿਆ ਜੀ, ਅੱਜ ਇਹ ਫਲਾਣੇ ਦਾ ਸਰੋਪਾ ਪਵਾ ਲਿਆ। ਕਿਸਾਨੀ ਸੰਘਰਸ਼ ਤੇ ਕਿੰਨੇ ਚਿਰ ਦਾ ਚੱਲਣ ਡਿਆ, ਕਿੰਨੇ ਨੰਗੇ ਹੋਏ ਉਦੋਂ, ਇਹ ਕਿਉਂ ਨਹੀਂ ਬੰਦਾ ਕੀਤਾ ਗਿਆ ਨੰਗਾ? ਬਿਲਕੁਲ। ਗੱਲ ਭਾਈ ਸਾਹਿਬ ਇਹ ਨਹੀਂ ਆ, ਗੱਲ ਇੱਕ ਸਿਰਫ ਇਹੀ ਆ ਕਿ ਸਾਬਤ ਕਰਨਾ ਵਾ ਕਿ ਜਿਹੜਾ ਮੌਕੇ ਤੇ ਵੱਢੇ ਗਏ ਬੰਦੇ ਨੂੰ ਉਹਨੂੰ ਸਹੀ ਸਾਬਤ ਕਰਨ ਦੇ ਆ, ਤੇ ਜਿੰਨਾ ਵੱਢਿਆ ਉਹਨਾਂ ਨੂੰ ਗਲਤ ਸਾਬਤ ਕਰਨ ਦੇ ਲੋਕ, ਜਿਹੜੇ ਸ਼ਰਾਰਤੀ ਅੰਸਰ ਆ। ਜਦੋਂ ਕਿਸਾਨਾਂ ਤੇ ਜੀਭ ਚੜਾਈ ਜਾਂਦੀ ਆ ਤੇ ਉਹ ਕੁਚਲੇ ਜਾਂਦੇ ਆ, ਉਹ ਮਿੱਧੇ ਜਾਂਦੇ, ਕੀ ਉਹਨਾਂ ਦੇ ਪਰਿਵਾਰ ਨਹੀਂ ਮਗਰ? ਇਸ ਪਰਿਵਾਰ ਦਾ ਤੁਹਾਨੂੰ ਤਰਸ ਹੋਣ ਡਿਆ, ਉਹਨਾਂ ਦੇ ਪਰਿਵਾਰਾਂ ਦਾ ਤਰਸ ਨਹੀਂ ਆਉਂਦਾ। ਬਿਲਕੁਲ। ਜਿਹੜੇ ਸੰਘਰਸ਼ ਦੇ ਵਿੱਚ ਬੈਠੇ ਆ ਦਿੱਲੀ ਆ ਗਏ, ਉਦੋਂ ਦੇ ਵਿਚਾਰੇ ਰਾਤ ਦਿਨ ਇੱਕ ਕਰਕੇ ਕਿਹਦੇ ਬਦਲੇ ਤੁਹਾਡੇ ਕਰਕੇ ਸਾਡੇ ਕਰਕੇ ਲੜਨ ਦੇ। ਉਹਨਾਂ ਦੇ ਬੱਚੇ ਰੁਲ ਗਏ ਨਿੱਕੇ ਨਿੱਕੇ, ਉਹਨਾਂ ਨੂੰ ਅੱਜ ਇਨਸਾਫ ਨਹੀਂ ਮਿਲ ਰਿਹਾ। ਜਿਹੜੀਆਂ ਗੋਲੀਆਂ ਵੱਜੀਆਂ ਉਹ ਐਕਸੀਡੈਂਟ ਬਣਾਈ ਜਾਣ ਡੇ ਸਰਕਾਰਾਂ। ਬਿਲਕੁਲ। ਉਹਦੇ ਤੇ ਕੋਈ ਬਿਆਨ ਨਹੀਂ ਆਇਆ ਕਿਸੇ ਦਾ। ਉਦੋਂ ਕਾਵਾਂ ਰੋਲੀ ਨਹੀਂ ਪਾਈ, ਉਦੋਂ ਦਰਦ ਨਹੀਂ ਆਇਆ ਵੀ ਸਾਡੇ ਇੰਨੇ ਕਿਸਾਨ ਜਿਹੜੇ ਆ ਸਾਡੇ ਵਾਸਤੇ ਸੰਘਰਸ਼ ਲੜਦੇ ਇੰਨੇ ਸ਼ਹੀਦ ਹੋ ਗਏ। 600 ਦੇ ਕਰੀਬ ਜਿਹੜਾ ਕਿਸਾਨ ਇੱਥੇ ਮੋਰਚੇ ਦੇ ਵਿੱਚ ਸ਼ਹੀਦ ਹੋ ਗਿਆ ਦਿੱਲੀ। ਬਿਲਕੁਲ। ਉਦੋਂ ਕਾਵਾਂ ਰੋਲੀ ਨਹੀਂ ਪਈ। ਇੱਕ ਬੰਦਾ, ਉਹ ਵੀ ਸਮੇਕੀਆ ਨਸ਼ਈ ਬੰਦਾ,
ਹੁਣ ਨਸ਼ੇ ਵਾਲੇ ਬੰਦੇ ਨੂੰ ਤਾਂ ਕੋਈ 500 ਰੁਪਏ ਦੇ ਕੇ ਜੋ ਮਰਜ਼ੀ ਜਿਹਨੂੰ ਮਰਜ਼ੀ ਵਧਾ ਦਿਓ ਜਦੋਂ ਨਸ਼ਾ ਟੁੱਟਾ ਹੋਵੇ। ਇਸ ਗੱਲ ਦਾ ਤਾਂ ਸਾਰਿਆਂ ਨੂੰ ਪਤਾ ਸਹੀ ਗੱਲ। ਵੀ ਨਸ਼ੇ ਵਾਲੇ ਬੰਦੇ ਨੂੰ ਤਾਂ ਕੋਈ ਵੀ ਰੁਪਈਆ 500 ਦੋ ਉਹਨੂੰ, ਉਹਦਾ ਜਦੋਂ ਮੌਕੇ ਤੇ ਨਸ਼ਾ ਟੁੱਟਾ ਉਹਦੇ ਕੋਲ ਜੋ ਮਰਜ਼ੀ ਕਰਵਾ ਲਓ। ਉਸ ਬੰਦੇ ਦੀ ਗਰੰਟੀ ਆ ਸਾਡੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਵੀ ਚੁੱਕਣ ਦੇ, ਹੋਰ ਵੀ ਬੜਿਆਂ ਨੇ ਕਾਵਾਂ ਰੋਲੀ ਪਾਈ ਹੈ। ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਇਹਨਾਂ ਲੋਕਾਂ ਦੀ ਆਉਂਦੀ ਕਿ ਇਹ ਔਖੇ ਕਿਹੜੀ ਗੱਲੋਂ ਆ, ਕਿਉਂ ਇਹਦਾ ਮਤਲਬ ਇਹੀ ਹੈ ਵੀ ਇਹ ਸਤਿਗੁਰ ਦੇ ਸਰੂਪਾਂ ਦਾ ਥਾਂ ਥਾਂ ਨਰਾਦਰ ਕਰਾ ਕੇ ਖੁਸ਼ ਹੈ। ਫਿਰ ਇਹ ਨਹੀਂ ਚਾਹੁੰਦੇ ਕਿ ਇਸ ਚੀਜ਼ ਨੂੰ ਬੰਨ ਪਵੇ। ਜੇ ਪਰਚਿਆਂ ਦੀ ਗੱਲ ਕਰਦੇ, ਅੱਜ ਦੇ ਪਰਚੇ ਅਸੀਂ ਕਰਾਉਣ ਦੇ 295 ਦੇ ਕਦੋਂ ਦੇ ਇਹਦੇ ਪਰਚੇ ਕਰਾਉਣ ਦੇ ਅਸੀਂ। ਮੈਂ ਆਪ ਘੱਟ ਤੋਂ ਘੱਟ ਵੀ 25-30 ਪਰਚੇ ਕਰਵਾਏ ਲੋਕਾਂ ਦੇ। ਕੀ ਮਿਲਿਆ ਸਾਨੂੰ? ਮੌਕੇ ਤੇ ਫੜੇ ਨਹੀਂ ਜਾਂਦੇ, ਸਰਕਾਰ ਫੜ ਲੈਂਦੀ, ਜਿੰਨਾ ਚਿਰ ਨੂੰ ਜਾਈਦਾ ਉਹਨਾਂ ਚਿਰ ਨੂੰ ਉਹਨਾਂ ਦੇ ਅੰਡਰ ਹੁੰਦੇ ਆ, ਫਿਰ ਹਾਰ ਕੇ ਕਹੀ ਤਾਂ ਚਲੋ ਪਰਚਾ ਹੀ ਸੀ, 2 ਮਹੀਨੇ ਉਹ ਬਾਹਰ ਆ ਜਾਂਦੇ। ਗੱਲ ਜਿਹੜੀ ਆ ਗੱਲ ਭਾਈ ਸਾਹਿਬ, ਮੈਂ ਇਹੋ ਗੱਲ ਕਰਨਾ, ਕਿਸੇ ਨੇ ਬੜੀ ਸੋਹਣੀ ਗੱਲ ਕੀਤੀ, ਉਹਨੇ ਕਿਹਾ ਸੀ ਵੀ ਸਿੱਖ ਸਿੱਖ ਨੂੰ ਨਾ ਮਾਰੇ, ਸਿੱਖ ਕੌਮ ਕਦੇ ਨਾ ਹਾਰੇ। ਅਸੀਂ ਨਹੀਂ ਹਾਰਦੇ, ਅਸੀਂ ਨਹੀਂ ਝੁਕਦੇ, ਅਸੀਂ ਨਹੀਂ ਵਿਕਦੇ। ਸਾਨੂੰ ਆਪਣੇ ਵਕਾਉਂਦੇ, ਆਪਣੇ ਝੁਕਾਉਂਦੇ ਤੇ ਆਪਣੇ ਮਰਵਾਉਂਦੇ। ਜਦੋਂ ਹੁਣ ਕੋਈ ਜਾਂ ਬੰਦਾ ਚੱਲਿਆ, ਉਹਦਾ ਮਣੀਬਲ ਹੀ ਤੋੜ ਦੇਣਾ। ਅੰਮ੍ਰਿਤਪਾਲ ਮਹਿਰੋ ਤੁਰਿਆ, ਉਹਦਾ ਮਣੀਬਲ ਹੀ ਤੋੜਤਾ ਵਿਚਾਰੇ ਦਾ। 2 ਕੋਨੇ ਕਾਰਵਾਈਆਂ ਕੀਤੀਆਂ, ਉਹਦੇ ਲੋਕਾਂ ਨੇ ਗੱਲਾਂ ਕਮੈਂਟ ਹੀ ਇਹੋ ਜਿਹੇ ਕਰ ਕਰਕੇ ਉਹਦਾ ਮਨ ਹੀ ਖੱਟਾ ਕਰਤਾ। ਯਾਰ ਛੱਡ ਪਰਾਂ। ਇੱਕ ਬੰਨੇ ਰੋਲਾ ਪਾਉਣੇ, ਸਾਨੂੰ ਆਗੂ ਚਾਹੀਦਾ, ਸਾਨੂੰ ਆਗੂ ਚਾਹੀਦਾ। ਆਗੂ ਅਸੀਂ ਉੱਠਣ ਹੀ ਨਹੀਂ ਦੇਣਾ, ਆਗੂ ਕਿੱਥੋਂ ਆਜੂ? ਸਹੀ ਗੱਲ। ਇੱਕ ਬੰਨੇ ਤਾਂ ਸੰਤ ਪੰਡਾਲ ਜਰਨੈਲ ਸਿੰਘ, ਉਦੋਂ ਕੀ ਸੰਤ ਪੰਡਾਲ ਜਰਨੈਲ ਸਿੰਘ ਤੇ ਵੀ ਵੇਖੋ ਕਿੰਨੇ ਦੁਸ਼ਮਣ ਸੀ। ਬਿਲਕੁਲ। ਉਹ ਸਿਰਫ ਇਹ ਕਰਕੇ ਉਹਦੀ ਬੰਦਗੀ ਬਹੁਤ ਹੀ ਸੰਤ ਦੀ, ਉਹਦੇ ਕੋਲ ਯੋਧਿਆਂ ਦੀ ਖਾਨ ਟਕਸਾਲ ਹੀ, ਜਿਹਨੂੰ ਹੁਕਮ ਕਰਦਾ ਸੀ ਯੋਧੇ ਚੱਲ ਪੈਂਦੇ। ਬੰਦਗੀ ਵਾਲੇ ਸਿੰਘ ਉਹਦੇ ਨਾਲ ਹੀ। ਬਿਲਕੁਲ। ਅੱਜ ਫਰਕ ਇੰਨਾ ਕਿ ਜਿਹੜਾ ਸਿੰਘ ਚੱਲਦਾ ਉਹਦੇ ਨਾਲ ਨਾ ਆਪ ਬੰਦਗੀ ਵਾਲਾ, ਨਾ ਉਹਦੇ ਨਾਲ ਸਿੰਘ ਬੰਦਗੀ ਵਾਲੇ, ਉਹਨੂੰ ਰੋਲ ਦਿੰਦੇ ਲੋਕ। ਹੁਣ ਗੱਲ ਸਿੰਘੂ ਬਾਰਡਰ ਦੀ ਕਰੀਏ, ਉੱਥੇ ਕਿਸਾਨਾਂ ਵੀ ਬਿਆਨ ਦਿੱਤਾ ਜੀ, ਨਿਹੰਗ ਜਥੇਬੰਦੀਆਂ ਇੱਥੋਂ ਉੱਠ ਜਾਣ। ਨਿਹੰਗ ਸਿੰਘ ਜਥੇਬੰਦੀਆਂ ਕਰਕੇ ਜਦੋਂ RSS ਵਾਲਿਆਂ ਉੱਥੇ ਧਾਵਾ ਬੋਲਿਆ ਤੇ ਇਹੀ ਨਰੈਣ ਸਿੰਘ ਖੰਡਾ ਫੜ ਗਏ। ਇਹੀ ਨਰੈਣ ਸਿੰਘ ਜਿਹਨੇ ਲੱਤ ਵੱਢੀ ਹੈ, ਜਿਹਨੇ ਬੰਦਾ ਵੱਢਿਆ, ਇਹੀ ਨਰੈਣ ਸਿੰਘ ਤੇ ਇਹੋ ਹੀ ਜਿਹੜੇ ਸਿੰਘ ਹੀ ਨਾਲ ਮੁੰਡੇ ਤੋਂ ਹੌਲੇ ਹੌਲੇ ਬਾਅਦ ਚ ਪੇਸ਼ ਹੋਏ ਆ। ਇਹ ਵੀ ਨਾਲ ਰਾਜਾ ਰਾਜ ਸਿੰਘ, ਅੜਬਾ ਖੜਬਾ ਤੇ ਹੋਰ ਸਿੰਘ ਵੀ ਉੱਥੇ ਜਿਹੜੇ ਮੌਜੂਦਾ, ਜਿਹੜੇ ਮੌਕੇ ਤੇ ਜਿਹੜੇ ਮੈਂ ਆਪ ਅੱਖੀ ਵੇਖੇ ਵੀ ਜਿਹੜੇ ਖੰਡੇ ਫੜ ਕੇ ਨਾਲ ਖੜੇ ਸੀ ਉੱਥੇ। ਇੰਨਾ ਕਰਕੇ ਉਹ ਗਾਂ ਐਂਟਰ ਨਹੀਂ ਹੋਏ। ਤੇ ਅੱਜ ਜਿਹੜੀ ਦੇਸ਼ ਤੇ ਆ ਜਾਂ ਡਰ ਆ, ਇਹਨਾਂ ਕਰਕੇ ਆ। ਇਹ ਜਿਹੜੇ ਬਿਆਨ ਦੇ ਦਿੰਦੇ ਕਿਸਾਨੀ ਮੋਰਚੇ ਤੋਂ ਬਿਆਨ ਦੇ ਦਿੰਦੇ ਆ, ਉੱਥੇ ਆਗੂ ਹੁੰਦਾ ਰਾਤ ਕਿਹੜਾ ਰਹਿੰਦਾ? ਉੱਥੇ ਕਿਹੜਾ ਆਗੂ ਰਾਤ ਰਹਿੰਦਾ? ਰਾਤ ਕੋਈ ਕਾਰਵਾਈ ਹੋ ਜੇ, ਕੋਈ ਗੱਲਬਾਤ ਹੋ ਜੇ। ਹੁਣ ਮਾਤੜ ਬੰਦੇ ਉੱਥੇ ਗਰੀਬ ਭਾਏ, ਕਿਸਾਨ ਭਾਏ ਆ, ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰ ਕਰ ਉੱਥੇ ਭਾਏ ਆ। ਕੋਈ ਹਨੇਰੇ ਸਵੇਰੇ ਕੋਈ ਕਾਂਡ ਹੋ ਜਾਂਦਾ ਤਾਂ ਮਾਰੇ ਤੋਂ ਨਾ ਜਾਣਾ, ਆਗੂ ਤਾਂ ਕੋਈ ਵੀ ਨਹੀਂ ਉੱਥੇ। ਦਿਨੇ ਸਟੇਜ ਕਵਰ ਕਰਦੇ, ਬਸ ਸਟੇਜ ਕਵਰ ਕਰ ਲਈ ਜਾਂ ਉੱਥੇ ਬੱਲੇ ਬੱਲੇ ਕਰਾ ਲਈ ਬਸ, ਜਾਂ ਉੱਥੇ ਭੱਜੇ ਜਾਂਦੇ ਹਨੇਰੇ ਸਵੇਰੇ ਕਿਤੇ ਗੇੜਾ ਮਾਰ ਲਿਆ ਵੀ ਅਸੀਂ ਇੱਥੇ ਹੀ ਆ। ਪੱਕਾ ਆਗੂ ਲੱਭਣਾ ਹੋਵੇ ਤੇ ਕਿਹੜਾ ਆਗੂ ਉੱਥੇ ਲੱਭਦਾ ਜੋ? ਇਹਨਾਂ ਨੂੰ ਪਹਿਲੇ ਦਿਨੋਂ ਸੰਘਰਸ਼ ਸਾਡਾ ਬੜਾ ਤਕੜਾ ਸੀ ਭਾਈ ਸਾਹਿਬ, ਅੱਜ ਵੀ ਤਕੜਾ। ਜਦੋਂ ਅਸੀਂ ਮਰਦੇ ਆ, ਅਸੀਂ ਆਗੂ ਉੱਥੋਂ ਮਰਦੇ ਆ, ਜਦੋਂ ਵੀ ਮਰੇ। ਹੁਣ ਆਗੂ ਫੇਰ ਉਹੋ ਹੀ ਪ੍ਰਮੋਟ ਕਾਮਰੇਡ ਸੋਚ, ਭਰਾ ਵਾ ਸਾਡੇ, ਮੈਂ ਨਹੀਂ ਕੋਈ ਖਿਲਾਫ ਨਹੀਂ। ਉਹ ਇੱਕ ਸਹਿਮਤ ਬਣਾ ਲਿਆ ਸਟੇਜ। ਦਾਸ ਵੀ ਗਿਆ ਉੱਥੇ 2 ਵਾਰ। ਕੀ ਗੱਲ ਮੈਂ ਕਿਸਾਨ ਨਹੀਂ? ਬਿਲਕੁਲ ਕਿਸਾਨ। ਮੈਂ ਵੀ ਹੁਣ ਝੋਨਾ ਵੇਚ ਕੇ 1800 ਰੁਪਏ ਭਾਅ ਲੱਗਾ ਮੇਰਾ ਸਰਕਾਰੀ ਭਾਅ ਨਹੀਂ ਲੱਗਾ, ਹੁਣ ਮੈਂ ਵੀ ਵੇਚ ਕੇ ਆਇਆ ਝੋਨਾ। ਮੈਨੂੰ ਕਿਸਾਨ ਕਿਉਂ ਨਹੀਂ ਸਮਝਿਆ? ਕਿਉਂਕਿ ਉੱਤੋਂ ਦੀ ਗਾਤਰਾ ਦਾ ਬਾਣਾ ਪਾਇਆ ਸੀ ਤੇ ਮੈਨੂੰ ਕਾਮਰੇਡਾਂ ਕਿਸਾਨ ਹੀ ਨਹੀਂ ਸਮਝਿਆ।
4 ਵਾਰ 5 ਵਾਰ ਮੈਂ ਬੱਸਾਂ ਲੈ ਕੇ ਉੱਥੇ ਰਹਿ ਕੇ ਆਉਂਦਾ ਰਿਹਾ ਵਾਂ। ਉੱਥੇ ਲੰਗਰ ਵੀ ਲਾਈ ਰੱਖਿਆ ਅਸੀਂ। ਉੱਥੇ ਅਸੀਂ 4-5 ਵਾਰ ਮੈਂ ਘੱਟ ਤੋਂ ਘੱਟ ਵੀ 25-30 ਹਜ਼ਾਰ ਰੁਪਈਆ ਆਪਣੇ ਕੋਲੋਂ ਲਾ ਕੇ ਮੈਂ ਉੱਥੇ ਜਾ ਕੇ ਜਿਹੜਾ ਮੋਰਚੇ 'ਚ ਬਹਿੰਦਾ ਰਿਹਾ। ਇਹਨਾਂ ਸਟੇਜ ਤੇ ਲਾ ਕੇ ਨਹੀਂ ਲੱਗਣ ਦਾ। ਹੁਣ ਜਿਹੜਾ ਸੰਗਤ ਜਾਂਦੀ ਆ ਉਹ ਜਿਹੜੇ ਬੰਦੇ ਨਾਲ ਜੁੜੀ ਹੁੰਦੀ ਜਾਂਦੀ ਆ ਉਹਨੂੰ ਸੁਣਨਾ ਚਾਹੁੰਦੀ ਆ। ਬਿਲਕੁਲ ਵੀ ਸਾਡਾ ਵੀ ਆਗੂ ਇੱਥੇ ਸਟੇਜ ਤੇ ਬੋਲੇ। ਬਿਲਕੁਲ। ਉਹ ਜਦੋਂ ਉਹਨਾਂ ਵੇਖਿਆ, ਜਦੋਂ ਧਾਰਮਿਕ ਆਗੂ ਬੜੇ ਗਏ ਤੇ ਉਹ ਧਾਰਮਿਕ ਆਗੂਆਂ ਨੂੰ ਇਹਨਾਂ ਲਾਗੇ ਨਹੀਂ ਲੱਗਣ ਦਾ। ਉਹ ਫਿਰ ਦੁਬਿਧਾ ਪੈ ਗਈ ਇਸ ਚੀਜ਼ ਦੀ। ਸਟੇਜ ਤੇ ਹੁਣ ਅੱਜ ਵੇਖੋ ਕੋਈ ਕਿਤੇ ਤੰਬੂ ਲੱਗਾ, ਕੋਈ ਕਿਤੇ ਲੱਗਾ, ਤੇ ਵਿੱਚ ਕੁੱਤੇ ਬੈਠੇ ਆ, ਬੰਦੇ ਬਹੁਤ ਘੱਟ ਉੱਥੇ ਲੱਭਣ ਡੇ ਆ। ਮੌਕੇ ਤੇ ਜਾ ਕੇ ਵੇਖਿਆ, ਮੈਂ ਤਾਂ ਵੇਖਿਆ, ਮੈਂ ਤਾਂ ਜਾ ਕੇ ਵੇਖਿਆ। ਗੁੱਸਾ ਮੇਰੀ ਗੱਲ ਦਾ ਜ਼ਰੂਰ ਆਊਗਾ, ਪਰ ਜਦੋਂ ਕੋਈ ਵੀ ਕੌਮ ਦਾ ਮੋਰਚਾ ਸਹਿਮਤ ਕਰ ਲਈਏ ਨਾ ਆਪਾਂ ਇੱਕ ਧਿਰ ਨਾਲ, ਤੇ ਉਦੋਂ ਮੋਰਚੇ ਜਿਹੜੇ ਆ ਜ਼ਿਆਦਾ ਕਾਮਯਾਬ ਨਹੀਂ ਹੁੰਦੇ। ਸਹੀ। ਇਹ ਕਰਕੇ ਸੰਘਰਸ਼ ਮੈਂ ਭਰਾ ਜੋ ਮੇਰੇ ਤੁਸੀਂ ਸਤਿਕਾਰਯੋਗ ਜੋ, ਮੈਂ ਅੱਜ ਵੀ ਤੁਹਾਨੂੰ ਕਹਿਣਾ ਕਿ ਜੇ ਮੋਰਚਿਆਂ ਨੂੰ ਆਪਾਂ ਕਾਮਯਾਬ ਕਰਨਾ ਵਾ ਤੇ ਸਭ ਨੂੰ ਜੱਫੀ 'ਚ ਲੈ ਕੇ ਚੱਲੋ। ਜੇ ਨਿਹੰਗ ਸਿੰਘ ਜਥੇਬੰਦੀਆਂ ਕੀ ਗੱਲ ਇਹਨਾਂ ਦੀ ਜ਼ਮੀਨ ਨਹੀਂ ਹੈਗੀ? ਜੇ ਟਕਸਾਲ ਦੇ ਸਿੰਘ ਕੀ ਉਹਨਾਂ ਦੀ ਜ਼ਮੀਨ ਨਹੀਂ ਹੈਗੀ? ਜੇ ਸਾਡੀਆਂ ਜਥੇਬੰਦੀਆਂ ਕੀ ਅਸੀਂ ਸਾਡੀ ਜ਼ਮੀਨ ਨਹੀਂ ਹੈਗੀ? ਗੱਲ ਜ਼ਮੀਨ ਦੀ ਤੇ ਜ਼ਮੀਰ ਦੀ ਆ। ਬਿਲਕੁਲ ਸਹੀ ਗੱਲ। ਜੇ ਜ਼ਮੀਨ ਨਾ ਹੋਵੇ, ਜ਼ਮੀਰ ਹੋਵੇ, ਤਾਂ ਉਸ ਬੰਦੇ ਦਾ ਵੀ ਤੁਹਾਡਾ ਹੱਕ ਬਣਦਾ ਉਹਨੂੰ ਸਟੇਜ ਤੇ ਚੜਾ ਕੇ ਤੁਸੀਂ ਬੁਲਾਓ ਜੇ ਬੁਲਾਰਾ ਕੋਈ ਚੰਗਾ ਹੁੰਦਾ। ਬਿਲਕੁਲ। ਉੱਥੇ ਬੀੜੀਆਂ ਪੀਣੇ ਦੁੱਕੀ ਦੇ ਬੰਦੇ ਆ ਕੇ ਉੱਥੇ ਬੋਲਣ ਡੇ ਆ, ਤੇ ਜਿਹੜੇ ਪੰਥਕ ਆਗੂ ਸਾਡੇ ਉਹ ਤਾਂ ਮੁੜ ਕੇ ਆਉਣ ਡੇ ਉੱਥੋਂ। ਬੜਾ ਦੁਖਾਂਤ ਹੈ। ਅੱਗ ਲੱਗ ਜਾਂਦੀ ਵੇਖ ਕੇ ਵੀ ਇਹ ਕੀ ਬਣ ਡਿਆ। ਇਹ ਕਰਕੇ ਮੈਂ ਇਹਨਾਂ ਭਰਾਵਾਂ ਨੂੰ ਕਹਿਣਾ ਕਿ ਵੀਰੋ, ਕਿੰਨਾ ਕਿਸਾਨ ਸਾਡਾ ਸ਼ਹੀਦ ਹੋ ਗਿਆ। ਦੂਜੀ ਬੰਨੇ ਤੁਸੀਂ ਕਹਿੰਦੇ ਜੋ ਕਾਲੀਆਂ ਨੂੰ ਨਾ ਘੇਰੋ। ਕਾਲੀਆਂ ਨੂੰ ਕਿਉਂ ਨਾ ਘੇਰੋ? ਘੱਟ ਤੋਂ ਘੱਟ 600 ਜਵਾਨ ਸਾਡਾ ਸ਼ਹੀਦ ਹੋ ਗਿਆ। ਸਾਡਾ ਬਜਟ ਕਿੰਨਾ ਸ਼੍ਰੋਮਣੀ ਕਮੇਟੀ ਦਾ? ਘੱਟ ਤੋਂ ਘੱਟ 80 ਗੁਰਦੁਆਰੇ ਇਹੋ ਜਿਹੇ ਜਿਨ੍ਹਾਂ ਦੀ ਦਿਹਾੜੀ ਦੀ ਕਰੋੜ ਰੁਪਏ ਆਮਦਨ ਆ। ਬਾਕੀ ਤਾਂ ਛੱਡ ਹੀ ਦੋ ਤੁਸੀਂ, ਪਤਾ ਨਹੀਂ 450-500 ਗੁਰਦੁਆਰਾ ਸਾਡਾ ਸ਼੍ਰੋਮਣੀ ਕਮੇਟੀ ਥੱਲੇ। ਕੀ ਇਹ 2-2 ਲੱਖ ਜਾਂ ਸੌਦੇ ਦੀ ਜ਼ਿੰਮੇਵਾਰੀ ਉਹਨਾਂ ਕਿਸਾਨਾਂ ਦੀ ਨਹੀਂ ਚੁੱਕ ਸਕਦੇ? ਪਰਿਵਾਰਾਂ ਦੀ ਜਿਹੜੇ ਗਰੀਬ ਆ। ਬਿਆਨ ਤਾਂ ਤਗੜੇ ਦੇਈ ਜਾਂਦੇ ਆ। ਕੀ ਇਹ ਪੰਥ ਦਾ ਪੈਸਾ ਨਹੀਂ? ਬਿਲਕੁਲ। ਕੌਮ ਦਾ ਪੈਸਾ ਨਹੀਂ ਹੈ? ਸ਼੍ਰੋਮਣੀ ਕਮੇਟੀ ਦਾ ਫਰਜ਼ ਨਹੀਂ ਬਣਦਾ ਅੱਜ ਜਾ ਕੇ ਉਹ ਪਰਿਵਾਰਾਂ ਨੂੰ ਜਿਹੜਾ ਮਗਰ ਜਾ ਕੇ ਪੁੱਛੇ ਉਹਨਾਂ ਨੂੰ ਘੱਟ ਤੋਂ ਘੱਟ ਲੱਖ 2-2 ਲੱਖ ਦੇ ਕੇ ਆਵੇ। ਕੌਮ ਦਾ ਪੈਸਾ ਯਾਰ ਅਸੀਂ ਤੁਹਾਨੂੰ ਨਹੀਂ ਆਂਦੇ, ਤੁਸੀਂ ਆਪਣੇ ਬੋਝੋਂ। ਜਗਬੀਰ ਬਾਦਲ ਨੂੰ ਨਹੀਂ ਮੈਂ ਕਹਿਣ ਡਿਆ ਵੀ ਤੂੰ ਆਪਣੇ ਬੋਝੋਂ ਦੇ, ਤੂੰ ਆਪਦੇ ਬੋਝ ਵਾਲੇ ਆਪਦੇ ਬੋਝ 'ਚ ਰੱਖ। ਪਰ ਇਹ ਪੈਸਾ ਜਾਣ ਕਿੱਥੇ ਡਿਆ? ਕੌਮ ਪੁੱਛਦੀ ਕਿਉਂ ਨਹੀਂ? ਨਾ ਸਾਡਾ ਕਿਸਾਨੀ ਤੌਰ ਤੇ, ਨਾ ਕਿਤੇ ਸਾਡਾ ਇਲਾਜ ਕਿਤੇ ਸ਼੍ਰੋਮਣੀ ਗੁਰਦੁਆਰੇ 'ਚ ਫ੍ਰੀ ਹੋਵੇ। ਕੋਈ ਕਿਸਾਨੀ ਤੌਰ ਤੇ ਕਿਸੇ ਨੂੰ ਅਟੈਕ ਹੋ ਜਾਏ, ਕਿਸੇ ਦੀ ਲੱਤ ਟੁੱਟ ਜਾਏ, ਕਿਸੇ ਦੀ ਬਾਂਹ ਟੁੱਟ ਜਾਏ, ਫ੍ਰੀ ਇਲਾਜ ਕਦੀ ਹੋਇਆ ਕਿਤੇ ਇੱਥੇ? ਮੁਸੀਬਤ ਵੇਲੇ ਸਾਨੂੰ ਗੁਰੂ ਘਰਾਂ ਦੀ ਸ਼ਰਨ ਜਿਹੜੀ ਆ ਇਹ ਚਾਹੀਦੀ ਆ। ਜਾਂ ਕੋਈ ਵੀ ਇਹ ਨਿਸ਼ਾਨ ਸਾਹਿਬ ਅਸੀਂ ਉੱਚੇ ਕਰਕੇ ਲਾਏ, ਕਿਉਂ ਲਾਏ ਆ? ਕਿਉਂਕਿ ਜਦੋਂ ਵੀ ਕਿਸੇ ਤੇ ਮੁਸੀਬਤ ਪਵੇ, ਕਿਸੇ ਤੇ, ਕਿਸੇ ਵੀ ਕੌਮ ਤੇ ਉਹ ਨਿਸ਼ਾਨ ਸਾਹਿਬ ਵੇਖ ਕੇ ਇੱਥੇ ਆ ਕੇ ਉਹਦਾ ਹੱਲ ਹੁੰਦਾ ਹੈ। ਨਿਸ਼ਾਨ ਸਾਹਿਬ ਉੱਚੇ ਦਾ ਪ੍ਰਤੀਕ ਇਹੋ ਹੀ ਹੁੰਦਾ ਹੈ ਵੀ ਦੂਰੋਂ ਕੋਈ ਵੇਖ ਲੇ ਵੀ ਇੱਕ ਉਹ ਰੱਖਿਆ ਵਾਲੀ ਜਗ੍ਹਾ ਵਾ, ਖਾਲਸੇ ਦੀ ਜਗ੍ਹਾ ਵਾ, ਉੱਥੇ ਮੇਰੀ ਰੱਖਿਆ ਹੋਣੀ, ਮੇਰੀ ਧੀ ਦੀ ਰੱਖਿਆ ਹੋਣੀ, ਮੇਰੀ ਭੈਣ ਦੀ ਰੱਖਿਆ ਹੋਣੀ ਆ, ਮੇਰੀ ਉੱਥੇ ਸੁਣਵਾਈ ਹੋਣੀ ਆ, ਉੱਥੋਂ ਮੈਨੂੰ ਪ੍ਰਸ਼ਾਦਾ ਮਿਲਣਾ, ਉੱਥੇ ਮੇਰਾ ਸਿਰ ਢੱਕਿਆ ਜਾਣਾ, ਉੱਥੇ ਮੈਨੂੰ ਰਹਿਣ ਲਈ ਜਗ੍ਹਾ ਮਿਲਣੀ ਆ। ਬਿਲਕੁਲ। ਕਿ ਅਸੀਂ ਤਾਂ ਆਪਣੀ ਕੌਮ ਹੀ ਨਹੀਂ ਸਾਂਭ ਪਾਉਂਦੇ, ਅਸੀਂ 7 ਬਗਾਨੇ ਨੂੰ ਕੀ ਸਾਂਭਣਾ? ਅੱਜ ਦਮਾਲਾ ਬੰਨ ਕੇ ਤੁਸੀਂ ਆਨੰਦਪੁਰ ਸਾਹਿਬ ਚਲ ਜਾਓ। ਮੇਰੀ ਭੈਣ ਇੱਕ ਗਈ ਉੱਥੇ ਦਮਾਲਾ ਬੱਧਾ, ਰਾਤ ਰੋ ਭੈਣ ਮੇਰੀ ਨੇ ਫੋਨ ਕੀਤਾ, ਕਹਿੰਦੀ ਵੀਰ ਜੀ ਮੈਨੂੰ ਕਮਰਾ ਨਹੀਂ ਦੇਣ ਡੇ ਦਮਾਲਾ। ਮੈਂ ਕਿਉਂ? ਕਹਿੰਦੀ ਵੀਰਾ ਮੈਂ ਦਮਾਲਾ ਬੰਨ ਕੇ ਚਲ ਗਈ, ਮੈਂ ਬਕਰਮਾਂ ਦੇ ਵਿੱਚ ਰਾਤ ਕੱਟੀ। ਦੁਖਦਾਈ ਹੈ ਤੋਂ ਵੱਧ ਗੱਲ ਦੱਸੋ ਕੀ ਹੈ? ਇੱਕ ਪਾਸੇ ਤਾਂ ਜਿਹੜੇ ਇਹ ਸਾਡੇ ਧਾਰਮਿਕ ਆਗੂ ਅਖੌਤੀ ਕਹਿ ਲੋ ਜਾਂ ਬਣੇ ਹੋਏ ਨੇ ਧਰਮ ਦੇ ਠੇਕੇਦਾਰ, ਇਹ ਕਹਿੰਦੇ ਨੇ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ। ਤੇ ਜਦੋਂ ਕੋਈ ਬਾਣਾ ਪਾ ਕੇ ਹੀ ਜਾਂਦਾ, ਤੁਸੀਂ ਕਹੇ ਵੀ ਉਹਨੂੰ ਪਰਿਕਰਮਾ 'ਚ ਰਾਤ ਕੱਟਣੀ ਪਈ, ਉੱਥੇ ਦਮਾਲੇ ਕਰਕੇ ਉਹਨੂੰ ਬੀਬੀ ਨੂੰ ਕਮਰਾ ਨਹੀਂ ਦਿੱਤਾ ਗਿਆ, ਇਹ ਇੱਕ ਵੱਡੀ ਤਰਾਸਦੀ ਨਹੀਂ? ਬਹੁਤ ਤਰਾਸਦੀ ਹੈ। ਵੇਖੋ ਜੀ, ਇਹ ਇੱਕ ਦਿੱਲੀੋਂ ਫੋਨ ਆਵੇ, ਇੱਥੇ ਬੰਦਾ ਵਾ ਸਾਡੇ,
ਜਦੋਂ ਦਿੱਲੀੋਂ ਫੋਨ ਆਉਂਦਾ ਵਾ ਤੇ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ, ਹਿੰਦੂ ਧਰਮ ਦੇ ਜਾਂ ਕਿਸੇ ਮੈਂ ਬਾਰ-ਬਾਰ ਇਹ ਗੱਲਾਂ ਨਾ ਕੋਈ ਮੁੱਦਾ ਨਾ ਬਣਾਇਓ। ਬਿਲਕੁਲ ਮੈਂ ਇਹ ਗੱਲ ਕਹਿੰਦਾ ਵੀ ਜਦੋਂ ਕੋਈ ਹਿੰਦੂ ਪਰਿਵਾਰ ਉੱਥੋਂ ਆਉਂਦੇ ਆ ਤੇ ਉਹਨਾਂ ਦੇ ਆਉਂਦੇ ਹੀ ਕਮਰੇ ਬੁੱਕ ਹੁੰਦੇ ਤੇ ਉਹ ਸਿੱਧੇ ਆਉਂਦੇ ਆ, ਉਹ ਸਿੱਧੇ ਕਮਰਿਆਂ 'ਚ ਰਹਿੰਦੇ ਆ। ਤੇ ਜਿਹੜੇ ਸਿੱਖ ਪਰਿਵਾਰ ਆ ਉਹ ਵਿਚਾਰੇ ਕੋਈ ਕਿਤੇ ਤੁਸੀਂ ਵੇਖਿਓ ਬਕਰਮਾ 'ਚ ਫਿਰ ਕੇ ਪੁੱਛਿਓ ਉਹਨਾਂ ਨੂੰ, ਘੱਟ ਤੋਂ ਘੱਟ ਵੀ 200 ਪਰਿਵਾਰ ਤੁਹਾਨੂੰ ਕਹੂਗਾ ਸਾਨੂੰ ਕਮਰਾ ਨਹੀਂ ਮਿਲਿਆ। ਬਿਲਕੁਲ ਬੈਠੇ ਆ, ਸਹੀ ਹੈ। ਫਿਰ ਇੱਕ ਨਵਾਂ ਕੰਮ ਕਰਤਾ, ਉਹ ਸਰਾਵਾਂ ਤਾਂ ਬੜੀਆਂ ਬੜੀਆਂ ਸੋਹਣੀਆਂ ਬਣਾਤੀਆਂ ਪਰ ਉੱਤੇ ਨਾਲ ਪੈਸੇ ਵੀ ਰੱਖਤੇ। 500 ਰੁਪਇਆ ਰਾਤ ਦਾ, 300 ਹਾਂ ਰੁਪਇਆ ਉਹ ਤਾਂ ਪੈਲਸ ਬਣਾ ਲੈਣਾ, ਉਹ ਹੋਟਲ ਬਣਾ ਲੈਣਾ। ਹੋਟਲ ਵਾਲੇ ਵੀ 500 ਦੇ ਰਹੇ। ਉਹ ਤਾਂ ਭਾਈ ਸਾਹਿਬ ਹੋਟਲ ਬਣਾ ਲੈਣਾ, ਬਾਹਰੋਂ ਕਮਰਾ ਲਓ ਤੇ 500 ਦਾ ਹੀ ਬਾਹਰੋਂ ਮਿਲਦਾ ਰਾਤ ਕੱਟਣ ਵਾਸਤੇ। ਜੇ ਬਾਹਰੋਂ ਲਾਗੋ ਜਾਗੋ ਹੋਟਲਾਂ ਦੇ ਲਓ ਤਾਂ 500 ਰੁਪਏ ਉੱਥੇ ਮਿਲਦਾ ਭਾਈ ਸਾਹਿਬ। ਬਿਲਕੁਲ। ਤੇ 500 ਰੁਪਏ ਦਾ ਸਾਡੇ ਗੁਰੂ ਧਰਮਾਂ ਦੇ ਵਿੱਚ ਜਿਹੜਾ ਸੰਗਤ ਦਾ ਪੈਸਾ ਵਾ ਉਹ ਲਾ ਕੇ ਤੇ ਸੰਗਤ ਸੇਵਾ ਕੀਤੀ। ਸੰਗਤ ਨੇ ਰਾਤ ਦਿਨ ਬਾਲਟੇ ਸੁੱਟੇ, ਸੰਗਤ ਨੇ ਸੀਮਟ ਲਿਆ ਕੇ ਦਿੱਤਾ, ਸੰਗਤ ਨੇ ਸਰੀਆ ਲਿਆ ਕੇ ਦਿੱਤਾ, ਸੰਗਤ ਆਪ ਮਿਸਤਰੀ ਬਣ ਕੇ ਜਿਹੜੀ ਆ ਇਹ ਸਰਾਵਾਂ ਤਿਆਰ ਕੀਤੀਆਂ ਤੇ ਉਹ ਸੰਗਤ ਨੂੰ ਦੋਰੇ ਲਾਗੇ ਨਹੀਂ ਲੱਗਣ ਦਿੱਤਾ ਜਾਂਦਾ। ਬਾਕੀ ਆਪਾਂ ਚੱਲੀਏ ਫਿਰ ਸਿੰਘੂ ਬਾਰਡਰ ਵਾਲ ਨੂੰ। ਹਾਂਜੀ ਹਾਂਜੀ ਬਿਲਕੁਲ, ਜਿੱਥੋਂ ਆਪਾਂ ਤੁਰੇ ਆ ਵੀ ਉਹ ਤਰਾਸਦੀ ਸਾਡੇ ਵਾਸਤੇ ਬਹੁਤ ਜ਼ਿਆਦੀ ਆ, ਕਿਉਂਕਿ ਸਾਡਾ ਫਰਜ਼ ਬਣਦਾ ਸੀ ਕੌਮ ਦਾ ਕਿ ਉਹਨਾਂ ਯੋਧਿਆਂ ਦੇ ਮਗਰ ਅਸੀਂ ਤਗੜੇ ਹੋ ਗਏ, ਉਹਨਾਂ ਦੇ ਪਰਿਵਾਰ ਸਾਂਭਦੇ। ਅੱਜ ਹੁਣ ਸਾਡਾ ਮਣੀ ਬਲ ਜਿਹੜਾ ਸਾਡੇ ਪਰਿਵਾਰਾਂ ਦਾ ਕਿਉਂ ਟੁੱਟਾ? ਅੱਜ ਸ਼ਹੀਦ ਪਰਿਵਾਰ ਤੁਸੀਂ ਬਾਈਟ ਕਰਨ ਜਾਂਦੇ ਜੋ, ਕਈ ਡਰਦੇ ਤੁਹਾਨੂੰ ਬਾਈਟ ਨਹੀਂ ਦਿੰਦੇ। ਬਿਲਕੁਲ ਨਹੀਂ ਨਾ ਦਿੰਦੇ, ਕੈਮਰੇ ਸਾਹਮਣੇ ਨਹੀਂ ਆਉਂਦੇ। ਇੰਨੀ ਦਹਿਸ਼ਤ ਜਿਹੜੀ ਉਦੋਂ ਦੀ ਪੰਜਾਬ ਪੁਲਿਸ ਦੀ ਜਿਹੜੀ ਇੰਨੀ ਦਹਿਸ਼ਤ ਜਿਹੜੀ ਹੈ ਸਰਕਾਰਾਂ ਦੀ ਉਹਨਾਂ ਦੇ ਮਨਾਂ ਦੇ ਵਿੱਚ ਬੱਚਿਆਂ ਤੇ ਬੈਠੀ ਆ। ਅੱਜ ਵੀ ਕਈ ਮੈਂ ਪਰਿਵਾਰਾਂ ਨੂੰ ਤੁਹਾਡੀ ਬਾਈਟ ਕਰਾਉਣ ਵਾਸਤੇ ਫੋਨ ਕੀਤਾ ਤਾਂ ਉਹ ਵੀਰਾਂ ਪਤਾ ਕੀ ਗਿਆ, ਬਾਬਾ ਜੀ ਤੁਸੀਂ ਆਪ ਹੀ ਕਰ ਲਿਓ, ਅਸੀਂ ਤਾਂ ਨਹੀਂ ਕੈਮਰੇ ਅੱਗੇ ਆਉਣਾ। ਵੇਖੋ ਬਿਲਕੁਲ। ਇੱਕ ਲੈਫਟੀਨੈਂਟ ਜਨਰਲ ਹੋਏ BTF ਦੇ ਸੀਤਲ ਸਿੰਘ ਝੱਖੜ। ਹਾਂਜੀ ਹਾਂਜੀ। ਜਦੋਂ ਮੈਂ ਉਹਨਾਂ ਦੇ ਪਰਿਵਾਰ ਦੇ ਕੋਲ ਜਾਂਦਾ, ਮੈਨੂੰ ਲੈ ਕੇ ਜਾਂਦੇ ਨੇ ਭਾਈ ਪ੍ਰਤਾਪ ਸਿੰਘ ਕਾਲੀਆਂ ਸਕੱਤਰਾਂ ਤੋਂ, ਸ਼ਹੀਦ ਭਾਈ ਬਗੀਚਾ ਸਿੰਘ ਦੇ ਭਰਾ। ਤੇ ਜਦੋਂ ਅਸੀਂ ਦਰਵਾਜ਼ਾ ਖੜਕਾਉਂਦੇ ਆ, ਦਰਵਾਜ਼ਾ ਜਦੋਂ ਖੋਲ੍ਹਦੇ ਨੇ ਤਾਂ ਬੜੇ ਸਹਿਮੇ ਜਿਹੇ ਹੋਏ। ਭਰਾ ਉਹਨਾਂ ਦਾ ਸੀਤਲ ਸਿੰਘ ਝੱਖੜ ਉਹਨਾਂ ਦਾ ਸ਼ਹੀਦ ਦਾ ਭਰਾ ਬਾਹਰ ਆਉਂਦਾ। ਉਹ ਪੁੱਛਦਾ, ਉਹ ਪ੍ਰਤਾਪ ਸਿੰਘ ਦੱਸਦੇ ਵੀ ਇਸ ਤਰ੍ਹਾਂ ਕਰਕੇ ਗੁਰਬਾਣੀ ਅਖੰਡ ਬਾਣੀ ਤੋਂ ਆਏ ਨੇ ਤੇ ਸ਼ਹੀਦ ਪਰਿਵਾਰਾਂ ਦੀ ਇੰਟਰਵਿਊ ਕਰ ਰਹੇ ਨੇ, ਤੁਹਾਡੀ ਵੀ ਇੰਟਰਵਿਊ ਕਰਨੀ ਹੈ ਕਿਉਂਕਿ ਵੱਡਾ ਇੱਕ ਨਾਂ ਖਾੜਕੂ ਸਭਾ ਦੇ ਵਿੱਚ। ਤਾਂ ਉਹਨਾਂ ਦੀ ਫਿਰ ਭਰਜਾਈ ਵੀ ਬਾਹਰ ਆ ਜਾਂਦੀ ਹੈ। ਉਹ ਕਹਿੰਦੇ ਤੁਸੀਂ ਉਹਦਾ ਬੀਬੀ ਦਾ ਸੀਗਾ ਮਤਲਬ ਕਹਿਣਾ ਬਈ ਹੋਰਾਂ ਦੀ ਕਰ ਲਓ ਜੀ ਤੁਸੀਂ, ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਇਹ ਤਾਂ ਜ਼ਿਆਦਾ ਛੋਟੇ ਸੀਗੇ ਇਹ। ਤੇ ਇੱਦਾਂ ਕਰਕੇ ਉਹਨਾਂ ਨੇ ਗੱਲ ਜਿਹੜੀ ਗੋਲ ਮੋਲ ਕਰ ਦਿੱਤੀ। ਹੁਣ ਪਤਾ ਨਹੀਂ ਤਾਂ ਉਹ ਸਹਿਮ ਹੈ ਕੀ ਹੈ, ਕਿਉਂਕਿ ਸ਼ਹੀਦ ਪਰਿਵਾਰਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਭਰਾਵਾਂ ਨੇ ਤਾਂ ਸਾਂਭੀਆਂ ਨੇ ਨਾ, ਜਿਹੜੇ ਸ਼ਹੀਦ ਹੋ ਗਏ। ਮਤਲਬ ਉਹਨੇ ਜ਼ਮੀਨਾਂ ਵੀ ਸਾਂਭ ਲਈਆਂ, ਫਿਰ ਉਹਨਾਂ ਬਾਰੇ ਕਹਿਣਾ ਵੀ ਕੁਛ ਨਹੀਂ। ਇਹ ਵੱਡੀ ਤਰਾਸਦੀ ਹੈ। ਪਤਾ ਨਹੀਂ ਇਹਨੂੰ ਇਹ ਇੱਕ ਸਹਿਮ ਹੈ, ਡਰ ਹੈ, ਖੌਫ ਹੈ, ਕੀ ਹੈ? ਇਹਦੇ ਬਾਰੇ ਤੁਸੀਂ ਜ਼ਿਆਦਾ ਜਾਣਦੇ ਹੋ। ਹਾਂ ਬਿਲਕੁਲ। ਇਹ ਕਈ ਨਾ ਪਰਿਵਾਰ ਅੱਜ ਵੀ ਉਹਨਾਂ ਦੇਸ਼ਾਂ ਦੇ ਵਿੱਚ ਜੀ ਰਹੇ, ਡਰ ਦੇ ਵਿੱਚ ਜੀ ਰਹੇ। ਕਈਆਂ ਨੂੰ ਅਸੀਂ ਇੱਥੇ ਅਖੰਡ ਪਾਠ ਵੀ ਕਰਾਏ ਆਪਣੇ ਪਿੰਡ ਦੇ ਸਿੰਘ, ਤੇ ਉਹਨਾਂ ਨੂੰ ਕਿਹਾ ਵੀ ਬੱਚਿਆਂ ਨੂੰ ਤੁਸੀਂ ਆਇਓ ਜ਼ਰੂਰ। ਤੇ ਉਹ ਡਰਦੇ ਕਹਿੰਦੇ ਵੀ ਨਹੀਂ, ਉੱਥੇ ਤਾਂ ਪੁਲਿਸ ਹੀ ਬੜੀ ਹੁੰਦੀ ਜਦੋਂ ਤੁਸੀਂ ਕੋਈ ਕਰਾਉਂਦੇ ਪ੍ਰੋਗਰਾਮ ਤੇ ਅਸੀਂ ਨਹੀਂ ਆਉਣਾ, ਕਿ ਸਾਡੇ ਦੇ ਨਾਲ ਭਲਕ ਤੋਂ ਕੋਈ ਕਾਰਵਾਈ ਹੋ ਜਾਏ। ਮਤਲਬ ਉਹ ਦੇਸ਼ ਤੇ ਜਿਹੜੀ ਪੁਰਾਣੀ ਛੋਟੇ ਛੋਟੇ ਬੱਚਿਆਂ ਦੀ ਜਿੱਦਾਂ ਚੁੱਕ ਚੁੱਕ ਕੇ ਕਹਿੰਦੇ ਇਹ ਗੋਦੀਆਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਚੁੱਕ ਕੇ ਥਾਣਿਆਂ ਦੇ ਵਿੱਚ ਇਹ ਬੱਚੇ ਨਿੱਕੇ ਨਿੱਕੇ ਰਹੇ ਆ, ਇਹਨਾਂ ਨੂੰ ਚਪੇੜਾਂ ਵੱਜੀਆਂ 10-10 ਸਾਲ 8-8 ਸਾਲ ਦੇ ਬੱਚਿਆਂ ਨੂੰ, ਇਹਨਾਂ ਨੂੰ ਵੀ ਕੁੱਟਿਆ ਗਿਆ, ਦਬਕੇ ਵੱਜੇ, ਕਈ ਕੁਝ ਹੋਇਆ। ਇਹਨਾਂ ਦੇ ਮਾਂ ਪਿਓ ਨੂੰ ਸਾਹਮਣੇ ਕੁੱਟਿਆ ਗਿਆ, ਜਲੀਲ ਕੀਤਾ ਗਿਆ। ਉਹ ਜਿਹੜੀ ਮਾਰੇ ਗਏ ਆ, ਜਿਹੜੇ ਹੁਣ ਸ਼ਹੀਦ ਹੋ ਗਏ, ਉਹਨਾਂ ਨੂੰ ਜਦੋਂ ਪਤਾ ਲੱਗਾ ਪੁਲਿਸ ਨੇ ਮੇਰਾ ਪਿਤਾ ਸ਼ਹੀਦ ਕਰਤਾ, ਗੋਲੀ ਮਾਰੀ, ਕਿੱਥੇ ਮਾਰੀ? ਸਿਰ 'ਚ ਮਾਰੀ। ਕਿੱਥੇ ਮਾਰੀ? ਦਿਲ ਤੇ ਮਾਰੀ, ਇੱਥੇ ਮਾਰੀ। ਕਿੰਨੀਆਂ ਗੋਲੀਆਂ ਵੱਜੀਆਂ ਸਾਰਾ ਨਿਸ਼ਾਨੀ ਹੋਏ। ਜਿਹੜੇ ਬੱਚਿਆਂ ਨੇ ਅੱਖੀ ਵੇਖੇ ਮਾਂ ਪਿਓ ਗੋਦੀ ਦੇ ਵਿੱਚ ਮਾਂ ਦੇ ਨਾਲ ਜਾ ਕੇ ਜਦੋਂ ਅੱਖੀ ਵੇਖੇ ਆ ਸੰਸਕਾਰ ਕਰਨ ਲੱਗਿਆ, ਉਹ ਦੇਸ਼ ਤਾਂ ਅੰਦਰ ਜਿਹੜੀਆਂ ਮਨ ਦੇ ਵਿੱਚ ਜਿਹੜੀਆਂ ਉਹ ਵੱਜੀਆਂ ਪਈਆਂ ਨੇ, ਉਹ ਡਰ ਉਹ ਅੱਜ ਵੀ ਉਹ ਖੜਾ ਵਾ ਮੌਜੂਦ ਹੈ ਉੱਦਾਂ ਹੀ ਉਹਨਾਂ ਦੇ, ਡਰ ਜਾਣ ਨਹੀਂ ਗਿਆ। ਇਸ ਕਰਕੇ ਮੈਂ ਇਹਨਾਂ ਮੈਂਬਰਾਂ ਨੂੰ, ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਆ, ਇਹਨਾਂ ਨੂੰ ਇਹ ਕਹਿਣਾ ਕਿ ਇਹਨਾਂ ਸ਼ਹੀਦ ਪਰਿਵਾਰਾਂ ਦੀ ਸਾਰ ਜ਼ਰੂਰ ਲਓ। ਚਲੋ ਜਿਹੜੇ ਰੋਟੀ ਪਾਣੀ ਖਾਂਦੇ ਆ, ਜਿਹੜੇ ਚੰਗੇ ਪਰਿਵਾਰ, ਉਹਨਾਂ ਨੂੰ ਭਾਵੇਂ ਤੁਸੀਂ ਨਾ ਪੁੱਛੋ, ਪਰ ਜਿਹੜੇ ਪਰਿਵਾਰ ਰੁਲਦੇ ਅੱਜ ਜਿਹਨਾਂ ਦੇ ਬੁਰੇ ਹਾਲ ਆ, ਇਹ ਸਾਡੀ ਸਿਰਮੌਰ ਜਥੇਬੰਦੀ ਆ, ਸਾਡੀ ਜਿਹੜੀ ਆ ਇਹ ਰੀੜ੍ਹ ਦੀ ਹੱਡੀ ਸ਼੍ਰੋਮਣੀ ਕਮੇਟੀ। ਇਹਦਾ ਫਰਜ਼ ਬਣਦਾ ਸੀ ਇਹ ਚੰਦ ਸਿੰਘਾਂ ਨੂੰ ਦੇ ਕੇ ਜਿਨ੍ਹਾਂ ਦਾ ਮਾੜਾ ਮੋਟਾ ਹੱਥ ਪੈਂਦਾ
ਉਹਨਾਂ ਨੂੰ ਤਾਂ ਨੌਕਰੀਆਂ ਮਿਲ ਗਈਆਂ ਵੀ ਸ਼ਹੀਦ ਪਰਿਵਾਰਾਂ ਨੂੰ ਅਸੀਂ ਨੌਕਰੀਆਂ ਦਿੱਤੀਆਂ ਤੇ ਬਾਕੀ ਜਿਹੜੇ ਰੋਲਦੇ ਫਿਰਦੇ ਪਿੰਡਾਂ ਦੇ ਵਿੱਚ ਲੱਖਾਂ ਹੀ ਅਜੇ ਉਦਾਂ ਪਏ ਆ ਦਿਹਾੜੀਆਂ ਕਰਨ ਦੇ ਆ। ਉਹਨਾਂ ਦਾ ਵੀ ਸਾਰ ਲਓ ਨਾ, ਜਿਨ੍ਹਾਂ ਨੂੰ ਲੋੜ ਹੈ ਅੱਜ, ਜਿਨ੍ਹਾਂ ਨੂੰ ਅੱਜ ਲੋੜ ਆ ਨੌਕਰੀ ਦੀ, ਉਹ ਪਰਿਵਾਰ ਇਹ ਕਰਕੇ ਕੋਈ ਗਾਂ ਕੁਰਬਾਨੀ ਨੂੰ। ਜਾਂ ਹੁਣ ਵੇਖੋ ਚੰਗਾ ਬੰਦਾ ਕਿਉਂ ਪਛਾੜਦਾ, ਚੰਗਾ ਬੰਦਾ ਕਿਉਂ ਹਟਦਾ, ਕਹਿੰਦਾ ਯਾਰ ਰੋਟੀ ਖਾਣ ਦੇ ਮੈਨੂੰ ਕੀ ਲੋੜ ਹੈ ਯਾਰ, ਛੱਡ ਖੇੜਾ। ਤੁਸੀਂ ਆਖਣਾ ਲਓ ਜੀ ਦਿਲਬਾਗ ਸਿੰਘ ਬਾਹਰੋਂ ਪੈਸਾ ਲਿਆ ਕੇ ਮੰਗਵਾ ਕੇ ਖਾਣ ਡਿਆ। ਨਹੀਂ ਤੁਹਾਡੇ ਬਾਰੇ ਐਸਾ ਕੁਝ ਨਹੀਂ, ਮੈਂ ਇੱਕ ਆਪ ਗੱਲ ਕਰਦੇ ਆ, ਮੈਂ ਇੱਕ ਉਦਾਹਰਨ ਦੇਣ ਡਿਆ ਵੀ ਦਿਲਬਾਗ ਸਿੰਘ ਜਾਂ ਕੋਈ ਹੋਰ ਜਥੇਬੰਦੀ ਦਾ ਆਗੂ ਪੈਸਾ ਖਾਣ ਡਿਆ ਤੇ ਯਾਰ ਇਹਨਾਂ ਕੌਮ ਵੇਚਣੇ ਲਾਈ ਹੈ ਤੇ ਯਾਰ ਚੰਗੇ ਬੰਦੇ ਨੇ ਕੀ ਕੀਤਾ ਵੀ ਮੈਂ ਨਹੀਂ ਯਾਰ ਜਾਣਾ, ਮੇਰਾ ਮਨ ਖੱਟਾ ਹੋ ਗਿਆ। ਮੇਰਾ ਬੜੀ ਵਾਰ ਹੋਇਆ, ਮੈਂ ਆਪਣੀ ਗੱਲ ਕਰਨ ਡਿਆ। ਸ਼ਹੀਦਾਂ ਦੇ ਨਾਂ ਦੇ ਪੈਸੇ ਕਈ ਜਥੇਬੰਦੀਆਂ ਖਾਂਦੀਆਂ ਵੇਖੀ ਦੀਆਂ, ਕੋਈ ਕਿਸ ਤਰ੍ਹਾਂ ਲਿਆ ਕੇ ਪੈਸਾ ਖਾਂਦਾ, ਕੋਈ ਕਿਸ ਤਰ੍ਹਾਂ ਖਾਂਦਾ, ਅੱਡੋ ਅੱਡੀ ਤਰੀਕੇ ਜ਼ਰੀਏ ਬਣਾਏ ਬਾਹਰੋਂ ਲੁੱਟਣ ਦੇ ਸੰਗਤ ਨੂੰ। ਤੇ ਜਦੋਂ ਉਹ ਵੇਖੀਦਾ ਨਾ ਮਨੀ ਬਲ ਟੁੱਟ ਜਾਂਦਾ। ਯਾਰ ਇਹਨਾਂ ਨਾਲ ਛਲ ਜਿਹੜਾ ਵਾ ਇਹ ਲੋਕ ਸੰਗਤ ਨਾਲ ਕਰਨ ਦੇ ਆ, ਇਹ ਪਚਾ ਕਿੱਦਾਂ ਲੈਂਦੇ ਪਿਆ ਮੈਨੂੰ ਤਾਂ ਅਜੇ ਤੱਕ ਇਹ ਨਹੀਂ ਪੈਸਾ ਸਮਝ ਲੱਗੀ ਵੀ ਫਿਰ ਮਨੀ ਬਲ ਟੁੱਟ ਜਾਂਦਾ। ਯਾਰ ਛੱਡ ਖੇੜਾ, ਸਾਰੇ ਸਾਨੂੰ ਹੀ ਉਹੀ ਕਮੈਂਟ ਕਰੀ ਜਾਂਦੇ, ਸਾਨੂੰ ਹੀ ਉਹ ਗੱਲ ਕਹੀ ਜਾਂਦੇ, ਅਸੀਂ ਤਾਂ ਘਰੋਂ ਤੇਲ ਪਵਾ ਕੇ ਤੁਰਦੇ ਆ, ਆਪਣਾ ਦਸਵੰਧ ਚੋਂ ਪਵਾ ਕੇ ਤੁਰੀਦਾ, ਅਸੀਂ ਤਾਂ ਕਦੀ ਕਿਸੇ ਕੋਲ ਪੈਸਾ ਨਹੀਂ ਲਿਆ। ਜੇ ਹੋਵੇ ਤੇ ਚੱਲ ਜਾਈਦਾ, ਕਈ ਥਾਂ ਨਹੀਂ ਵੀ ਜਾਇਆ ਜਾਂਦਾ ਸਾਡੇ ਕੋਲ ਤੇਲ ਖਣੋ, ਕਿਉਂਕਿ ਘਰਾਂ ਦੇ ਖਰਚੇ ਤੁਹਾਨੂੰ ਪਤਾ ਵਾ, ਜਿੱਦਾਂ ਦਾ ਘਰ ਉਦਾਂ ਦਾ ਖਰਚਾ। ਬਿਲਕੁਲ। ਤੇ ਦੋਵੇਂ ਟਾਈਮ ਦਾਸ ਉੱਠਦਾ, ਡੰਗਰ ਚਾਉਂਦਾ ਵਾ, 10-15 ਡੰਗਰ ਆ ਮੈਥੋਂ, ਜ਼ਿਮੀਂਦਾਰਾ ਕਿਰਤ ਵੀ ਕਰੀਦੀ, ਸਾਰਾ ਕੰਮ ਕਰੀਦਾ, ਆਪਣੀ ਕਿਰਤ ਚੋਂ ਕੱਢੀਦਾ। ਬੜੇ ਜਣੇ ਸਾਨੂੰ ਗੁਰਦੁਆਰੇ ਵੀ ਦੇਣਾ, ਇਹ ਫਲਾਣਾ ਗੁਰਦੁਆਰੇ ਲੋ ਨਹੀਂ ਭਾਈ ਸਾਹਿਬ ਸਾਨੂੰ ਸੁੱਖ ਦੀ ਰੋਟੀ ਖਾਣ ਦਿਓ, ਗੁਰੂ ਘਰਾਂ ਨਾਲ ਜਿਹੜੇ ਸਾਂਭ ਸਕਦੇ ਉਹਨਾਂ ਨੂੰ ਦਿਓ, ਤੁਸੀਂ ਸਾਡੇ ਨਹੀਂ ਵੱਜਦੀ ਗੱਲ। ਕਿਉਂਕਿ ਅਸੀਂ ਇੰਚਾਰਜ ਨਹੀਂ ਲੈਂਦੇ। ਅੱਜ ਕੋਠਾ ਸਾਹਿਬ ਹੋਲੇ ਸਾਹਿਬ ਦਾ ਇੰਚਾਰਜ ਕਿਸੇ ਕੋ ਛਡਾਇਆ, ਅਕਾਲੀਆਂ ਕੋ ਛਡਾਇਆ, ਉਹ ਕਰੋੜਾਂ ਰੁਪਈਆ ਖਾ ਗਏ ਸੀ। ਅੱਜ ਇੰਚਾਰਜ ਜਿਹੜਾ ਰਿਸੀਵਰ ਕੋ ਆ, ਉਹਦੀ ਅਸੀਂ ਨਿਗਰਾਨੀ ਕਰਦੇ ਹਾਂ। ਅਸੀਂ ਉੱਥੋਂ ਕਦੀ ਦੁੱਕੇ ਦੇ ਰਵਾਦਾਰ ਨਹੀਂ ਹੋਏ। ਅੱਜ ਵੀ ਕੋਈ ਬਾਂਹ ਖੜੀ ਕਰਕੇ ਕਹਿੰਦੇ ਸਾਡੇ ਇਲਾਕੇ 'ਚ ਵੀ 1 ਰੁਪਈਏ ਦੇ ਵੀ ਰਵਾਦਾਰ ਆ। ਮੈਂ ਮੀਡੀਆ ਰਾਹੀਂ ਬੋਲਣ ਡਿਆ ਵੀ ਜਾਂ ਗੁਰੂ ਘਰੋਂ ਕਿਤੇ 1 ਰੁਪਈਏ ਦੇ ਵੀ ਅਸੀਂ ਰਵਾਦਾਰ ਹੋਏ। ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦੇ, ਤੇ ਨਾ ਗੁਰੂ ਸਾਹਿਬ ਇਹ ਕੰਮ ਕਰਾਵੇ। ਸੇਵਾ ਭਾਵੇਂ ਥੋੜ੍ਹੀ ਕਰਾ ਲੇ, ਸਾਨੂੰ ਘਰ ਬਹਾ ਦੇ ਉਹ ਚੰਗਾ, ਪਰ ਸੰਗਤ ਦੇ ਪੈਸੇ ਵੱਲ ਸਾਨੂੰ ਤੱਕਣ ਦੀ ਕਹਿੰਦੇ ਹੁੰਦੇ ਆ। ਮੈਂ ਤੇ ਗੁਰੂ ਸਾਹਿਬ ਅੱਗੇ ਸਾਡੀ ਪਰਿਵਾਰ ਨੇ ਇਹੋ ਹੀ ਅੱਜ ਤੱਕ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਕਿਸੇ ਦੇ ਬੋਝੇ ਵੱਲ ਵੇਖਣ ਦੀ ਲੋੜ ਹੀ ਨਾ ਪਵੇ। ਜਦੋਂ ਅਰਦਾਸ ਕਰੀਦੀ ਹੈ ਨਾ ਪਿਓ ਅੱਗੇ, ਅਸੀਂ ਇਹ ਨਹੀਂ ਕਰਦੇ ਵੀ ਅਸੀਂ ਫਲਾਣੇ ਨਾਲ ਠੱਗੀ ਮਾਰ ਲਈਏ ਤੇ ਫਲਾਣੇ ਵੱਲੋਂ ਮੰਗਾ ਲਈਏ। ਅਸੀਂ ਇਹ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਹੀ ਇਹਨਾਂ ਸਾਨੂੰ ਕਰ, ਸਾਨੂੰ ਲੋੜ ਹੀ ਨਾ ਪਵੇ ਕਿਸੇ ਦੇ ਬੋਝੇ ਵੱਲ ਵੇਖਣ ਦੀ। ਗੁਰੂ ਰਾਮਦਾਸ ਮਹਾਰਾਜ ਨੇ ਦਿੱਤਾ ਵੀ ਬਹੁਤ ਕੁਝ, ਤੇ ਗੁਰੂ ਸਾਹਿਬ ਨੇ ਕੋਈ ਚੀਜ਼ ਨਹੀਂ ਜੋ ਲਕਾਈ। ਅਰਦਾਸ ਬੇਨਤੀ, ਅਰਦਾਸ ਦੇ ਵਿੱਚ ਇੰਨੀ ਸ਼ਕਤੀ ਹੈ ਨਾ। ਅਸੀਂ ਸੰਤ ਭਿੰਡਰਾਲ ਜਰਨੈਲ ਸਿੰਘ ਦਾ, ਚਲੋ ਮੈਂ ਅੱਜ ਮੀਡੀਆ ਰਾਹੀਂ ਮੈਂ ਬੋਲ ਹੀ ਦਾਂ, ਚਲੋ ਉਹਨਾਂ ਬਾਰੇ ਜ਼ਰੂਰ ਦੱਸੋ ਕੁਛ ਤੁਸੀਂ। ਸੰਤ ਭਿੰਡਰਾਲ ਜਰਨੈਲ ਸਿੰਘ ਜੀ ਦੇ ਨਾ ਅਸੀਂ ਜਨਮ ਦਿਨ ਮਨਾਇਆ, 2-3 ਵਾਰ ਮਨਾਈਦਾ ਵੀ ਹੈ। ਇਹਨੇ ਨਾ ਸੂਰੀ ਨੇ, ਜਿਹੜਾ ਸੁਖਦੇਵ ਸੂਰੀ ਆ ਸਾਡੇ ਅੰਮ੍ਰਿਤਸਰ ਦਾ, ਹਾਂਜੀ, ਇਹਨੇ ਕਿਹਾ ਵੀ ਇੱਥੇ ਕਿਹੜਾ ਮਨਾ ਸਕਦਾ ਸੰਤ ਭਿੰਡਰਾਲ ਜਰਨੈਲ ਸਿੰਘ ਦਾ ਜਨਮ ਦਿਨ। ਅਸੀਂ ਕਿਹਾ ਵੀ ਅਸੀਂ ਦੱਸਾਂਗੇ ਕੌਣ ਮਨਾ ਸਕਦਾ। ਅਸੀਂ ਫਿਰ ਉਹ ਜਨਮ ਦਿਨ ਮਨਾਉਣਾ ਸੀ, ਤੇ ਸਾਨੂੰ ਨਾ ਜਿੱਦਾਂ ਇੱਕ ਦਿਨ ਰਹਿ ਗਿਆ, ਤਾਂ ਕੱਲ ਦੇ ਦਿਨ ਨੂੰ 100% ਮੀਂਹ ਤੇ ਝੱਖੜ ਸੀ ਸਾਰੀ ਦਿਹਾੜੀ। 100% ਮੀਂਹ ਤੇ ਝੱਖੜ। ਤੇ ਮੈਨੂੰ ਨਾ ਕਿਸੇ ਬੰਦੇ ਦਾ ਫੋਨ ਆਇਆ, ਕਹਿੰਦਾ ਵੀ ਦਿਲਬਾਗ ਸਿੰਘ ਇਹ ਸੱਜਣ ਸੀ ਤੇ ਇਹ ਬੰਦਾ ਥੋੜਾ RSS ਰੱਖਦਾ ਹੈ। ਕਹਿੰਦਾ ਦਿਲਬਾਗ ਸਿੰਘ ਤੂੰ ਕਹਿੰਦਾ ਮੈਂ ਭਲਕੇ ਸੰਤਾਂ ਦਾ ਜਨਮ ਦਿਨ ਮਨਾਉਣਾ ਤੇ ਭਲਕੇ ਤੇ ਮੀਂਹ ਹਨੇਰੀ ਇੰਨੀ ਆ, ਤਾਂ ਤੂੰ ਮਨਾ ਕੇ ਵਿਖਾਈ। ਮਾਂ ਮੀਂਹ ਹਨੇਰੀ ਦੀ ਗੱਲ ਕੋਈ ਨਹੀਂ, ਕਿਸੇ ਨੇ ਕਿਹਾ ਸੀ ਵੀ ਮਨਾਉਣ ਨਹੀਂ ਦੇਣਾ, ਉਹਨੂੰ ਕੱਲੀ ਮਾਂ ਵੀ ਸੂਰੀ ਨੂੰ ਘੱਲਿਓ ਤੁਸੀਂ, ਉਹ ਡੱਕੇ ਸਾਨੂੰ। ਤੇ ਅਸੀਂ ਰਾਤ ਨੂੰ ਗਏ, ਰਾਤ ਨੂੰ ਜਾ ਕੇ 5 ਸਿੰਘਾਂ ਨੇ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਡਾ ਜਿਹੜਾ ਸਮਾਗਮ ਆ, ਸ਼ਹੀਦ ਦੇ ਜਨਮ ਦਿਨ ਦਾ ਸਮਾਗਮ, ਸੰਤ ਭਿੰਡਰਾਲ ਜਰਨੈਲ ਸਿੰਘ ਜੀ ਦਾ ਜਨਮ ਦਿਨ ਮਨਾਉਣਾ ਸੀ। ਜਦੋਂ ਅਸੀਂ ਅਰਦਾਸ ਬੇਨਤੀ ਕੀਤੀ, ਤੁਹਾਨੂੰ ਮੈਂ ਦਾਅਵੇ ਨਾਲ ਦੱਸ ਸਕਦਾ ਕਿ ਸਵੇਰੇ 9 ਵਜੇ ਮੀਂਹ ਬੰਦ ਹੋ ਗਿਆ ਜਦੋਂ ਅਸੀਂ ਚਾਲੂ ਕਰਨ ਲੱਗੇ, ਤੇ 2:15 ਵਜੇ ਤੱਕ ਪੂਰਾ ਸਮਾਗਮ ਚੱਲਿਆ। ਤੇ ਜਦੋਂ ਅਸੀਂ ਸਮਾਪਤੀ ਕਰ ਲਈ, ਲੰਗਰ ਪ੍ਰਸ਼ਾਦਾ ਸਾਰਾ ਵਰਤਿਆ ਗਿਆ, ਸਾਰਾ ਸਮਾਪਤੀ ਹੋ ਗਈ। ਅਜੇ ਟੈਂਟ ਅਜੇ ਰੱਖਣ ਹੀ ਰਹੇ ਸੀ ਉੱਤੇ, ਤੇ ਮੀਂਹ ਝੱਖੜ ਦੀ ਪਤਾ ਹੀ ਕੋਈ ਨਹੀਂ ਕਿੱਥੋਂ ਆ ਗਿਆ ਬਾਅਦ ਚ।
ਮਤਲਬ ਅਰਦਾਸ ਦੇ ਵਿੱਚ ਇੰਨੀ ਸ਼ਕਤੀ ਆ, ਗੁਰੂ ਸਾਹਿਬ ਇਹਨਾਂ ਨੇੜੇ ਹੋ ਕੇ ਸੁਣਦਾ ਸਿੱਖ ਦੀ, ਬਿਲਕੁਲ ਸੁਣਾਉਣ ਵਾਲਾ ਹੋਣਾ ਚਾਹੀਦਾ। ਕੋਈ ਸ਼ੱਕ ਨਹੀਂ। ਤੇ ਬਾਕੀ ਗੱਲ ਇਹਨਾਂ ਵੀਰਾਂ ਕੇ ਮੈਂ ਨਿਹੰਗ ਸਿੰਘ ਜਥੇਬੰਦੀਆਂ ਅੱਗੇ ਕਰਦਾ, ਆਪਾਂ ਫਿਰ ਉੱਥੇ ਮੋਰਚੇ ਤੇ ਪਹੁੰਚ ਗਏ। ਹਾਂ ਬਿਲਕੁਲ, ਹਾਂਜੀ। ਵੀ ਉਹ ਸੰਘਰਸ਼ ਸਾਡਾ ਬੜਾ ਤਕੜਾ ਵਾ। ਅਸੀਂ ਕਿਤੇ ਆ ਨਾ ਹੋਵੇ ਕਿ ਇਸ ਸੰਘਰਸ਼ ਦੇ ਇੱਕ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਅਸੀਂ ਉੱਥੇ ਅੰਡ ਗਈਏ ਕਿ ਜਿਹੜਾ ਅਸੀਂ ਫਿਰ ਚਰਾਏ ਦੇ ਵਿੱਚ ਹੀ ਆ ਜਾਈਏ ਕੌਮ। ਜਿੱਦਾਂ ਅਸੀਂ 84 ਦਾ ਸੰਘਰਸ਼ ਲੜਿਆ, ਇਤਿਹਾਸ ਤੇ ਲਿਖਿਆ ਗਿਆ, ਪਰ ਗਦਾਰਾਂ ਨੇ ਸਾਨੂੰ ਮਰਵਾਤਾ, ਸਾਡੇ ਆਗੂ ਮਰਵਾਤੇ, ਯੋਧੇ ਮਰਵਾਤੇ, ਤਾਂ ਅੱਜ ਫਿਰ ਉੱਥੇ ਖੜੇ ਅਸੀਂ। ਇੰਨਾ ਯੋਧਾ ਵੀ ਸ਼ਹੀਦ ਕਰਾਇਆ, ਬੰਦ ਕੱਟਣ ਤੱਕ ਚਲ ਗਏ। ਕੀ ਹਾਲ ਹੋ ਗਿਆ ਸਾਡੇ ਯੋਧਿਆਂ ਦਾ, ਪਰਿਵਾਰਾਂ ਦਾ ਕੀ ਹਾਲ ਹੋ ਗਿਆ। ਤੇ ਅੱਜ ਸੰਘਰਸ਼ ਫਿਰ ਉੱਥੇ ਖੜਾ। ਅੱਜ ਫਿਰ ਸਾਡੇ ਸਤਿਗੁਰ ਦੀ ਥਾਂ ਨਰਾਦਰ ਹੋਣ ਡੇ ਆ, ਬਾਣੀ ਦਾ ਨਰਾਦਰ ਹੋਣ ਡਿਆ। ਸਾਡੇ ਇਤਿਹਾਸ ਜਿਹੜੇ ਅੱਜ ਵੀ ਗੁੰਮ ਕੀਤੇ ਜਾ ਰਹੇ ਆ, ਸਾਡੇ ਪ੍ਰਾਤਨ ਜਿਹੜੇ ਆ ਗ੍ਰੰਥ ਆ, ਉਹ ਵੀ ਸਾਡੇ ਸਾਰੇ ਜਿਹੜੇ ਆ ਉਹ ਲਕਾਏ ਗਏ। ਪਤਾ ਨਹੀਂ ਕਿਹਨੂੰ ਇਹ ਸ਼੍ਰੋਮਣੀ ਕਮੇਟੀ ਨੇ, ਬਾਦਲਾਂ ਗਏ ਨੇ, RSS ਦੇ ਚਰਨਾਂ 'ਚ ਬੈਠਾ, ਵੇਖੋ ਕਿੰਨੀ ਵਾਰ ਪੈਰਾਂ 'ਚ ਬੈਠੇ ਦੀ ਫੋਟੋ ਆਈ ਇਹਦੀ। ਜਦੋਂ ਸਾਡੀ ਕੌਮ ਜਿਹੜੀ ਹੈ ਨਾ ਇਹ ਸਵਾਰਥਾਂ ਨਾਲ ਜੁੜੀ ਹੈ ਬੜੀ, ਅੱਜ ਵੀ ਰੈਲੀਆਂ ਹੁੰਦੀਆਂ, ਸਾਰਾ ਪਤਾ ਵੀ ਹੈ ਇਹਨਾਂ ਨੂੰ, ਸਾਰੀ ਗੱਲ ਦੀ ਸਮਝ ਵੀ ਆ ਵੀ ਇਹਨਾਂ ਬੰਦਿਆਂ ਨੇ ਸਾਡੀ ਕੌਮ ਵੇਚ ਕੇ ਖਾ ਲਈ। ਇਹਨਾਂ ਬੰਦਿਆਂ ਕੋਈ ਡਿਸਪੈਂਸਰੀ ਜਾਂ ਕੋਈ ਹਸਪਤਾਲ ਨਹੀਂ ਛੱਡਿਆ ਸਾਡਾ ਸਰਕਾਰੀ, ਸਭ ਕੁਝ ਵੇਚ ਕੇ ਖਾ ਗਏ। ਸਾਡਾ ਇਤਿਹਾਸ ਜਿਹੜਾ ਉਹ ਇਹਨਾਂ ਵੇਚਤਾ, ਪਤਾ ਨਹੀਂ ਕਿੱਥੇ ਘੱਲਤਾ। ਸਾਡਾ 328 ਸਰੂਪਾਂ ਦਾ ਹਿਸਾਬ ਨਹੀਂ ਦੇਂਦੇ। ਇੱਕ 100 ਰੁਪਈਆ ਗੁੰਮ ਹੋਵੇ ਜਾਂ 10 ਰੁਪਈਏ ਗੁੰਮ ਹੋ ਜਾਣ ਤੇ ਉਹ ਸਸਪੈਂਡ ਕਰ ਦਿੰਦੇ ਬੰਦੇ ਨੂੰ। ਤੇ ਗੱਲ ਸਤਿਗੁਰ ਦੀ ਆਈ ਤੇ ਗੱਲ ਹੀ ਕੋਈ ਨਹੀਂ। ਬਿਲਕੁਲ, ਬਹੁਤ ਵੱਡੀ ਗੱਲ ਪਿਓ ਦੀ ਆਈ। ਬੜਾ ਮਨ ਨੂੰ ਇਸ ਚੀਜ਼ ਮੈਂ ਬੜੀ ਵਾਰ ਬੋਲਿਆ, ਇਸ ਚੀਜ਼ ਨੂੰ ਬੜਾ ਦਰਦ ਹੁੰਦਾ ਇਸ ਗੱਲ ਦਾ ਵੀ ਜਦੋਂ ਗੱਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਉਂਦੀ ਆ ਤੇ ਉਹ ਤੁਸੀਂ ਐਵੇਂ ਸਮਝ ਲਿਆ 10 ਰੁਪਈਏ, ਤੁਸੀਂ 10 ਰੁਪਈਏ ਦੀ ਅਹਿਮਤ ਜਿਹੜੀ ਆ ਉਹ ਜ਼ਿਆਦਾ ਜੇ ਬੰਦਾ ਸਸਪੈਂਡ ਕੀਤਾ ਜਾਂਦਾ ਵਾ ਵੀ ਇਹ ਚੋਰੀ ਕਰਦਾ ਤੇ ਪਰਚਾ ਵੀ ਕਰਾਇਆ ਜਾਂਦਾ। ਤੇ ਜਦੋਂ ਗੁਰੂ ਸਾਹਿਬ ਦੀ ਗੱਲ ਆਉਂਦੀ ਉਦੋਂ ਪਰਚਾ ਨਹੀਂ ਕਰਾਇਆ ਜਾਂਦਾ ਉੱਥੇ। ਉਹਨਾਂ ਬੰਦਿਆਂ ਤੇ ਕਾਰਵਾਈ ਕੋਈ ਨਹੀਂ ਹੁੰਦੀ। ਤੁਸੀਂ ਮੋਰਚਾ ਵੀ ਲਾਇਆ ਸੀ? ਮੋਰਚਾ ਵੀ ਦਰਬਾਰ ਸਾਹਿਬ ਭਾਈ ਸਾਹਿਬ ਅਸੀਂ ਲਾਇਆ, ਵੱਢ ਫੱਟ ਕੇ ਸਾਨੂੰ ਸੁੱਟਤਾ, ਕਈ ਕੁਝ ਕੀਤਾ। 307 ਦੇ ਪਰਚੇ ਵੀ ਆ ਸਾਡੇ ਤੇ ਅੱਜ। ਮਤਲਬ ਮੈਂ ਗੱਲ ਕਰਦਾ ਕਿ ਮੇਰੇ ਭਰਾਓ ਇਹ ਤਗੜੇ ਹੋ ਗਏ, ਕਿਸਾਨੋ ਮੇਰੇ ਵੀਰੋ, ਜਿਹੜੇ ਥੱਲੇ ਚੱਲਣ ਡੇ ਜੋ ਮੇਰੇ ਭਰਾਓ, ਇਹਨਾਂ ਨੂੰ ਥੋੜਾ ਜਿਹਾ ਖਿੱਚੋ, ਕਿਉਂਕਿ ਸਰਕਾਰਾਂ ਖੁਸ਼ ਕਰਕੇ ਕਦੀ ਵੀ ਕੋਈ ਮਕਸਦ ਹੱਲ ਨਹੀਂ ਹੁੰਦੇ। ਸਾਡੇ ਆਗੂ ਬਿਆਨ ਦਿੰਦੇ ਆ ਕਿ ਸਰਕਾਰ ਸਾਨੂੰ ਅੱਤਵਾਦੀਆਂ ਨਾ ਕਹਿ ਦੇ, ਮੀਡੀਆ ਸਾਨੂੰ ਅੱਤਵਾਦੀਆਂ ਨਾ ਕਹਿ ਦੇ, ਤੁਸੀਂ ਮੇਰੇ ਦੁਸ਼ਮਣ ਜੋ। ਮੈਂ ਜਦੋਂ ਤੁਹਾਡੇ ਲਾਗੋਂ ਦੀ ਨੰਗਾ, ਮੈਂ ਤੁਹਾਡੇ ਪੈਰ ਤੇ ਪੈਰ ਰੱਖ ਕੇ ਸਗੋਂ ਕੁਚਲ ਕੇ ਨੰਗੂ ਪੈਰ ਤੁਹਾਡਾ ਵੀ ਤੁਹਾਨੂੰ ਪੀੜ ਹੋਵੇ। ਮੈਂ ਤੁਹਾਨੂੰ ਇਹ ਥੋੜਾ ਕਹੂੰਗਾ ਵੀ ਯਾਰ ਇਹਦੇ ਜ਼ਖਮ ਹੈ ਤੇ ਮਲਮ ਲਾ ਦਾਂ। ਸਾਨੂੰ ਕੀ ਫਰਕ ਪੈਂਦਾ ਕੋਈ ਅੱਤਵਾਦੀ ਕਹੇ। ਉੱਥੇ ਸਗੋਂ ਸੰਤ ਭਿੰਡਰਾਂਵਾਲੇ ਜਰਨੈਲ ਸਿੰਘ ਦੀ ਜੋ ਤੜਫਦੇ ਸੀ ਉੱਥੇ ਲਾਉਂਦੇ ਫੋਟੋਆਂ, ਜਦੋਂ ਤੜਫਦੇ ਸੀ ਨਾ ਇਹ ਵੀ ਕਿਸਾਨ ਨਹੀਂ ਅੱਤਵਾਦੀ, ਉਹਦੇ ਲਾਉਂਦੇ ਫੋਟੋਆਂ ਸੰਤਾਂ ਦੀਆਂ ਲਾਉਂਦੇ, ਲਾਈਆਂ ਜੋ ਜਾਂ ਸਾਡਾ ਮਸਲਾ ਹੱਲ ਕਰੋ ਜਾਂ ਆਓ ਇੱਧਰ ਇਹ ਬੰਨੇ ਆ ਜਾਓ। ਚਲੋ ਗੱਲ ਜੇ ਤਾਂ ਅਸੀਂ ਖੁਸ਼ ਕਰਨਾ ਸਰਕਾਰ ਨੂੰ, ਸਰਕਾਰ ਨਾ ਆ ਗੱਲ ਕਹਦੇ। ਹੁਣ ਸਰਕਾਰ ਨੇ ਮਾਰਤਾ, ਉਹ ਇਨਸਾਫ, ਕਿੰਨਾ ਕਿਸਾਨ ਸਾਡਾ ਸ਼ਹੀਦ ਹੋ ਗਿਆ ਉੱਥੇ, ਉਹ ਯੋਧੇ ਜਿਹੜੇ ਸ਼ਹੀਦ ਹੋ ਗਏ, ਆਮ ਘਰਾਂ ਦੇ ਬੱਚੇ ਜਿਹੜੇ ਸ਼ਹੀਦ ਹੋ ਗਏ, ਯਾਰ ਉਹਨਾਂ ਦਾ ਮੁੱਲ ਪਾਈਏ ਆਪਾਂ, ਤੇ ਆਪਾਂ ਵੇਖੀਏ। ਆਪਾਂ ਸਰਕਾਰੀ ਇਹਨਾਂ ਦੇ ਦਫ਼ਤਰ ਜੇ ਉਹਨਾਂ ਨੂੰ ਫਰਕ ਕੀ ਪੈਂਦਾ ਭਾਜੀ, ਟੂਲ ਟੈਕਸ ਤੁਸੀਂ ਬੰਦ ਕੀਤੇ, ਤੇਲ 106 ਰੁਪਏ ਕਰਤਾ ਉਹਨਾਂ। ਬਿਲਕੁਲ ਬਿਲਕੁਲ 87 ਰੁਪਏ ਤੇਲ ਤੇ 106 ਰੁਪਏ ਤੇਲ ਹੋ ਗਿਆ, ਤੇ ਕਸਰ ਤੋਂ ਦੂਜੇ ਬੰਨੇ ਤੁਹਾਡੀ ਕੱਢ ਕੇ ਤੁਸੀਂ ਸਰਕਾਰਾਂ ਦਾ ਕੀ ਪੈਰ ਮਿੱਧੇ ਆ ਬਈ। ਸਰੋਂ ਦਾ ਤੇਲ ਉਹੀ ਜਿਹੜਾ 90 ਰੁਪਏ 100 ਦਾ ਵਿਕਦਾ, ਉਹ ਕਿੱਥੇ ਚਲ ਗਿਆ? 200 ਕਰਤਾ। ਹਰ ਚੀਜ਼ ਜਿਹੜੀ ਹੈ ਦੁੱਗਣੀ ਕਰਤੀ ਉਹਨਾਂ। ਮਹਿੰਗਾਈ ਕਰਕੇ ਅਸੀਂ ਬੈਠੇ ਆ, ਉਹ ਤਾਂ ਫਿਰ ਉਹ ਕੰਮ ਹੋ ਗਿਆ। ਸਾਨੂੰ ਇਹਨਾਂ ਦੇ ਸਾਰੇ ਪੈਟਰੋਲ ਪੰਪ ਬੰਦ ਕਰ ਦੇਣੇ ਚਾਹੀਦੇ ਕਿਸਾਨਾਂ ਨੂੰ, ਇੱਕ ਨਹੀਂ ਸਾਰੇ ਹੀ ਪੈਟਰੋਲ ਪੰਪ ਬੰਦ ਕਰ ਦੇ, ਸਾਰੇ ਸਰਕਾਰੀ ਦਫ਼ਤਰ ਬੰਦ ਕਰਨ। ਜੇ ਦਿੱਲੀ ਬੈਠੇ, ਦਿੱਲੀ ਤਾਂ ਉਦਾਂ ਹੀ ਮੈਂ ਜਾ ਕੇ ਵੇਖਿਆ ਵਾ, ਉਦਾਂ ਹੀ ਗੱਡੀਆਂ ਲੰਘਣ ਡੀਆਂ, ਮਾਲ ਦੀਆਂ ਲੰਘਣ ਡੀਆਂ, ਸਾਰਾ ਅੰਦਰ ਜਾਣ ਵੀ ਡਈਆਂ, ਅੰਦਰੋਂ ਬਾਹਰ ਆਉਣ ਵੀ ਡਈਆਂ, ਸਾਰੀ ਲੇਵਾ ਦੇਵੀ ਹੋਣ ਡਈ ਆ। ਕੀ ਫਾਇਦਾ ਸਾਡਾ ਇੱਥੇ ਮੋਰਚੇ 'ਚ ਬੈਠਿਆਂ?
ਜਾਂ ਤਾਂ ਦਿੱਲੀ ਦਾ ਅਸੀਂ ਸਾਹ ਬੰਦ ਕਰ ਦਈਏ, ਪਾਣੀ ਤੱਕ ਨਾ ਲੰਘਣ ਦਈਏ ਉੱਥੇ, ਫੇਰ ਤਾਂ ਉਹ ਪੀੜ ਜਿਹੜੇ ਉੱਥੇ ਨੇਤਾ ਬੈਠੇ ਆ ਭਾਜਪਾ ਦੇ, ਫੇਰ ਤਾਂ ਉਹ ਦਰਦ ਵੀ ਸਾਨੂੰ ਤਾਂ ਪਾਣੀ ਨੂੰ ਵੀ ਪਹੁੰਚਣ ਡਿਆ, ਤੂੰ ਕੀ ਕਰਨ ਡਿਆ ਮੋਦੀਆਂ, ਮੈਂ ਹੀ ਲੱਗੇ ਅਸਤੀਫੇ ਦੇਣ। ਸਰਕਾਰੀ ਦਫ਼ਤਰ, ਸਰਕਾਰੀ ਇਹ ਚੀਜ਼ਾਂ ਜਿਹੜੀਆਂ ਵਾ ਸਰਕਾਰ ਦਾ ਬਿਲਕੁਲ ਸਾਹ ਬੰਦ ਕਰ ਦੇਣ। ਸਰਕਾਰ ਨੂੰ ਤਾਂ ਆਮਦਨ ਉਦਾਂ ਹੀ ਆਉਣ ਡਈ ਆ, ਸਾਰੀਆਂ ਕਚਹਿਰੀਆਂ 'ਚ ਆਉਣ ਡਈ ਆ, ਸਾਰੇ ਥਾਂ ਆਉਣ ਡਈ ਆ, ਜੋ ਇਹਨਾਂ ਦੇ ਕੀ ਨਹੀਂ ਅਸੀਂ ਕਰ ਸਕਦੇ, ਸਭ ਅਦਾਲਤਾਂ ਤੱਕ ਬੰਦ ਕਰਾ ਸਕਦੇ ਅਸੀਂ। ਜਿੰਨਾ ਸੰਘਰਸ਼ ਤਕੜਾ ਸੀ ਨਾ ਸਾਡਾ, ਜਿਹਨੂੰ ਵੀ ਰੁੱਖ ਕਰਦੇ ਸੰਗਤ ਅੱਜ ਵੀ ਤੁਰਦੀ ਹੈ। ਕੋਈ ਲਾਣ ਤੇ ਇਹੋ ਜਿਹਾ ਮਰਦਾਂ ਵਾਲਾ ਕਰ ਦੇਣ। ਮੇਰੀਆਂ ਗੱਲਾਂ ਦਾ ਬੜਿਆਂ ਵੀਰਾਂ ਨੂੰ ਦੁੱਖ ਲੱਗਣਾ, ਬੜੇ ਕਮੈਂਟ ਆਉਣੇ ਆ, ਮੈਂ ਕਮੈਂਟ ਤਾਂ ਖੇਡਣੇ ਜਾਣਦਾ ਨਹੀਂ, ਜੋ ਮੈਂ ਨਹੀਂ ਜੋ ਪੜ੍ਹਦਾ ਤਾਂ ਨਾ ਮੈਨੂੰ ਪਤਾ ਹੀ, ਜੋ ਕੋਈ ਫਾਇਦਾ ਨਹੀਂ ਤੁਹਾਡਾ, ਮੈਂ ਹਵਾ 'ਚ ਹੀ ਜਾਣੀ ਜੋ, ਕਿਉਂਕਿ ਮੈਂ ਨਹੀਂ ਇਹ ਕਮੈਂਟ ਬਹਿੰਦਾ ਤਾਂ ਨਾ ਮੈਂ ਪੜ੍ਹਦਾ ਹੀ ਹਾਂ ਤੇ ਨਾ ਮੈਂ ਕਦੀ ਕਿਸੇ ਨੂੰ ਕਮੈਂਟ ਕੀਤਾ ਹੀ ਹੈ। ਬਿਲਕੁਲ ਮੈਨੂੰ ਨਹੀਂ ਇਹ ਖੇਡਣਾ ਆਉਂਦਾ, ਫੇਸਬੁੱਕ ਤੇ ਵਟਸਐਪ ਮੈਨੂੰ ਨਹੀਂ ਆਉਂਦਾ ਖੇਡਣਾ। ਤੇ ਇਹ ਕਰਕੇ ਇਹ ਜਿਹੜਾ ਤੁਹਾਡਾ ਜਿਹੜਾ ਕੰਮ ਹੈ ਨਾ, ਤੁਹਾਡਾ ਕੰਮ ਹੀ ਇਹੋ ਆ ਵੀ ਜੁੱਲੇ 'ਚ ਬਹਿ ਕੇ ਗਰਾਊਂਡ ਲੈਵਲ ਤੇ ਚੱਲਣਾ ਨਹੀਂ, ਜੁੱਲੇ 'ਚ ਬਹਿ ਕੇ ਬਸ ਸਾਰੀ ਕੌਮ ਦਾ ਠੇਕਾ ਚੁੱਕਿਆ ਹੁੰਦਾ ਵਾ ਤੇ ਉੱਤੇ ਬਟਨ ਨੱਪੀ ਜਾਣੇ ਤੇ ਕਰੀ ਜਾਣਾ, ਫਲਾਣਾ ਇਦਾਂ ਕਰਕੇ ਢਿੰਗੜਾ ਇਦਾਂ ਕਰੀਏ। ਆਪਾਂ ਗਰਾਊਂਡ ਲੈਵਲ ਤੇ ਚੱਲ ਕੇ ਵੇਖੀਏ, ਫੇਰ ਪਤਾ ਲੱਗਦਾ।